ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਰੀਨਾ ਹੈ। ਮੈਂ ਅੱਜ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਹੋਣ ਵਾਲੇ ਅਜਿਹੇ ਕਿੱਸੇ ਦੇ ਬਾਰੇ ਸੁਣਾਉਣ ਜਾ ਰਹੀ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਮੇਰੇ ਮਾਤਾ-ਪਿਤਾ ਮਰ ਚੁੱਕੇ ਸੀ। ਮੈਂ ਬਹੁਤ ਸਿੱਧੀ ਸਾਦੀ ਜਿਹੀ ਲੜਕੀ ਸੀ। ਅਸੀਂ 3 ਭੈਣਾਂ ਦਾ ਸਾਡੇ ਇੱਕ ਭਰਾ ਸੀ। 3 ਭੈਣਾਂ ਦਾ ਖਰਚਾ ਸਾਡਾ ਭਰਾ ਹੀ ਉਠਾਇਆ ਕਰਦਾ ਸੀ, ਜਦਕਿ ਭਰਾ ਦਾ ਵਿਆਹ ਹੋ ਚੁੱਕਿਆ ਸੀ। ਜ਼ਿੰਦਗੀ ਬਸ ਠੀਕ ਠਾਕ ਗੁਜ਼ਰ ਰਹੀ ਸੀ। ਭਰਾ ਆਪਣੀ ਪਤਨੀ ਦੇ ਕਹਿਣੇ ਵਿੱਚ ਆ ਕੇ ਸਾਡੀਆਂ ਖੁਸ਼ੀਆਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦਾ ਸੀ। ਉਹ ਹਮੇਸ਼ਾ ਭਾਬੀ ਦੇ ਕਹਿਣ ਵਿੱਚ ਹੀ ਰਹਿੰਦਾ ਸੀ। ਮੈਨੂੰ ਬਾਜ਼ਾਰ ਦੀਆਂ ਚਟਪਟੀਆਂ ਮਸਾਲੇਦਾਰ ਚੀਜ਼ਾਂ ਦਾ ਬੜਾ ਸ਼ੌਂਕ ਸੀ, ਲੇਕਿਨ ਸਾਨੂੰ ਤਾਂ ਘਰ ਦੀ ਰੁੱਖੀ ਸੁੱਖੀ ਦਾਲ ਸਬਜ਼ੀ ਹੀ ਖਾਣ ਨੂੰ ਮਿਲਦੀ ਸੀ। ਕਦੇ ਕਦੇ ਮੇਰੀ ਛੋਟੀ ਭੈਣ ਭਾਬੀ ਨੂੰ ਕਹਿ ਦਿਆ ਕਰਦੀ ਕਿ ਭਾਬੀ, ਕੁਝ ਚੰਗਾ ਖਾਣ ਨੂੰ ਦਿਲ ਕਰਦਾ, ਬਣਾ ਲਿਆ ਕਰੋ। ਭਾਬੀ ਕਹਿੰਦੀ ਕਿ ਮੇਰੇ ਪਤੀ ਦੇ ਸਿਰ ਤੇ ਤੁਹਾਡਾ 3 ਭੈਣਾਂ ਦਾ ਬੋਝ ਆ। ਇੱਕ ਭੈਣ ਦਾ ਉਹ ਵਿਆਹ ਕਰ ਚੁੱਕਿਆ, ਹਾਲੇ ਤੁਸੀਂ ਦੋਨੋਂ ਬਾਕੀ ਰਹਿ ਗਈਆਂ। ਇਹ ਤੁਹਾਡੇ ਬਾਪ ਦੀ ਕਮਾਈ ਨਹੀਂ ਜੋ ਤੁਹਾਡੀ ਮਰਜ਼ੀ ਦਾ ਖਾਣਾ ਬਣਾ ਕੇ ਦੇਵਾਂ। ਜੋ ਮਿਲ ਰਿਹਾ ਚੁੱਪਚਾਪ ਖਾ ਲਿਆ ਕਰੋ। ਮੇਰੀ ਭੈਣ ਖਾਮੋਸ਼ ਹੋ ਗਈ, ਲੇਕਿਨ ਮੈਂ ਕਦੇ ਆਪਣੇ ਭਰਾ ਭਾਬੀ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਸੀ। ਮੈਂ 18 ਸਾਲ ਦੀ ਹੋ ਗਈ ਤਾਂ ਮੇਰੇ ਲਈ ਇੱਕ ਰਿਸ਼ਤਾ ਆਇਆ। ਮੇਰੇ ਭਰਾ ਨੂੰ ਉਹ ਰਿਸ਼ਤਾ ਪਸੰਦ ਆ ਗਿਆ ਤੇ ਜਲਦ ਤੋਂ ਜਲਦ ਉਹਨਾਂ ਨੇ ਮੇਰਾ ਵਿਆਹ ਕਰ ਦਿੱਤਾ। ਮੇਰੇ ਸਹੁਰੇ ਘਰ ਵਿੱਚ ਮੇਰੇ ਸੱਸ ਸਹੁਰਾ ਨਹੀਂ ਸੀ। ਮੇਰੇ ਪਤੀ ਦੇ ਮਾਤਾ-ਪਿਤਾ ਮਰ ਚੁੱਕੇ ਸੀ। ਸਿਰਫ ਮੇਰੇ ਪਤੀ ਦਾ ਇੱਕ ਛੋਟਾ ਭਰਾ ਸੀ। ਮੇਰੇ ਪਤੀ ਦਾ ਨਾਮ ਦੀਪਕ ਸੀ ਤੇ ਮੇਰੇ ਦਿਓਰ ਦਾ ਨਾਮ ਸੌਰਵ। ਦੋਨੋਂ ਭਰਾਵਾਂ ਦਾ ਵਿਆਹ ਇੱਕ ਦਿਨ ਹੀ ਹੋਇਆ ਸੀ, ਜਦੋਂ ਦਾ ਉਹਨਾਂ ਦੀ ਮਾਂ ਦਾ ਦੇਹਾਂਤ ਹੋਇਆ ਸੀ। ਬਾਜ਼ਾਰ ਤੋਂ ਹੀ ਖਾਣਾ ਲਿਆ ਕੇ ਖਾਂਦੇ ਸੀ ਜਾਂ ਥੋੜ੍ਹਾ ਬਹੁਤਾ ਆਪਣੇ ਹੱਥਾਂ ਨਾਲ ਖੁਦ ਬਣਾ ਕੇ ਖਾ ਲੈਂਦੇ। ਰਿਸ਼ਤੇਦਾਰਾਂ ਨੇ ਉਹਨਾਂ ਨੂੰ ਰਾਏ ਦਿੱਤੀ ਕਿ ਤੁਸੀਂ ਦੋਨੋਂ ਜਵਾਨ ਹੋ ਗਏ ਹੋ, ਤੁਸੀਂ ਆਪਣਾ ਵਿਆਹ ਕਰਵਾ ਕੇ ਆਪਣੀਆਂ ਪਤਨੀਆਂ ਨੂੰ ਘਰ ਲੈ ਆਓ। ਉਹ ਤੁਹਾਨੂੰ ਚੰਗਾ ਚੰਗਾ ਖਾਣਾ ਬਣਾ ਕੇ ਖਵਾਉਣਗੀਆਂ, ਜਿਸ ਦੀ ਵਜ੍ਹਾ ਨਾਲ ਤੁਹਾਡੇ ਘਰ ਵਿੱਚ ਕੋਈ ਪਰੇਸ਼ਾਨੀ ਵੀ ਨਹੀਂ ਰਹੇਗੀ। ਮਹਿੰਗਾਈ ਜ਼ਿਆਦਾ ਵੱਧ ਗਈ, ਇਸ ਲਈ ਦੋਨੋਂ ਭਰਾਵਾਂ ਨੇ ਸੋਚਿਆ ਕਿ ਅਸੀਂ ਦੋਨੋਂ ਭਰਾ ਇੱਕ ਦਿਨ ਹੀ ਵਿਆਹ ਕਰ ਲੈਂਦੇ ਹਾਂ। ਮੇਰਾ ਦਿਓਰ ਜਿਸ ਕੁੜੀ ਨੂੰ ਪਸੰਦ ਕਰਦਾ ਸੀ, ਉਸ ਦਾ ਵਿਆਹ ਉਸ ਦੇ ਨਾਲ ਹੋ ਗਿਆ। ਮੇਰੀ ਦਰਾਣੀ ਮੇਰੇ ਦਿਓਰ ਦੀ ਉਮਰ ਦੀ ਸੀ। ਮੇਰੇ ਦਿਓਰ ਦੀ ਉਮਰ 25 ਸਾਲ ਸੀ ਤੇ ਮੇਰੀ ਦਰਾਣੀ ਦੀ ਉਮਰ ਵੀ 25 ਸਾਲ ਸੀ, ਜਦਕਿ ਮੇਰੇ ਪਤੀ ਦੀ ਉਮਰ 35 ਸਾਲ ਸੀ ਤੇ ਮੇਰੇ ਪਤੀ ਮੇਰੇ ਨਾਲੋਂ ਉਮਰ ਵਿੱਚ ਕਾਫੀ ਵੱਡੇ ਸੀ, ਕਿਉਂਕਿ ਮੇਰੀ ਉਮਰ ਤਾਂ ਸਿਰਫ 18 ਸਾਲਾਂ ਦੀ ਸੀ। ਵਿਆਹ ਹੋਣ ਤੋਂ ਬਾਅਦ 2 ਬਹੂਆਂ ਇੱਕ ਸਾਥ ਘਰ ਵਿੱਚ ਆ ਗਈਆਂ। ਮੇਰਾ ਪਤੀ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਸੀ। ਜਿਵੇਂ ਉਹ ਕਹਿੰਦਾ ਸੀ ਉਵੇਂ ਹੀ ਕਰਦਾ ਸੀ ਅਤੇ ਉਹ ਉਹਨਾਂ ਲੋਕਾਂ ਵਿੱਚੋਂ ਸੀ ਜੋ ਬਿਲਕੁਲ ਆਪਣੇ ਭਰਾ ਦੇ ਖਿਲਾਫ ਇੱਕ ਗੱਲ ਨਹੀਂ ਸੁਣ ਸਕਦੇ। ਮੈਨੂੰ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਗਈ ਸੀ ਕਿ ਦੀਪਕ ਆਪਣੇ ਛੋਟੇ ਭਰਾ ਨੂੰ ਬਹੁਤ ਅਹਿਮੀਅਤ ਦਿੰਦਾ ਹੈ, ਕਿਉਂਕਿ ਮਾਤਾ ਪਿਤਾ ਦੇ ਮਰ ਜਾਣ ਤੋਂ ਬਾਅਦ ਉਸਨੇ ਹੀ ਆਪਣੇ ਭਰਾ ਦਾ ਖਿਆਲ ਰੱਖਿਆ ਹੈ। ਇਸ ਲਈ ਉਹ ਆਪਣੇ ਛੋਟੇ ਭਰਾ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਮੈਨੂੰ ਇਸ ਗੱਲ ਤੋਂ ਕੋਈ ਦਿੱਕਤ ਨਹੀਂ ਸੀ, ਕਿਉਂਕਿ ਦੋਵਾਂ ਭਰਾਵਾਂ ਵਿੱਚ ਪਿਆਰ ਹੋਣਾ ਬਹੁਤ ਚੰਗੀ ਗੱਲ ਆ, ਕਿਉਂਕਿ ਭੈਣ ਭਰਾਵਾਂ ਵਿੱਚ ਆਪਸ ਵਿੱਚ ਪਿਆਰ ਹੋਣਾ ਬਹੁਤ ਜ਼ਰੂਰੀ ਹੁੰਦਾ। ਮੇਰੀ ਵੱਡੀ ਭੈਣ ਦਾ ਵਿਆਹ ਇੱਕ ਭਰੇ ਹੋਏ ਸਹੁਰੇ ਘਰ ਵਿੱਚ ਹੋਇਆ। ਉਸ ਦੇ ਸਹੁਰੇ ਘਰ ਵਿੱਚ ਸੱਸ ਸਹੁਰਾ ਅਤੇ ਦਿਓਰ ਜੇਠ ਅਤੇ ਕੁਆਰੀਆਂ ਨਣਦਾਂ ਵੀ ਮੌਜੂਦ ਸੀ। ਇੰਨੇ ਵੱਡੇ ਪਰਿਵਾਰ ਦਾ ਖਾਣਾ ਮੇਰੀ ਭੈਣ ਇਕੱਲੀ ਬਣਾਉਂਦੀ ਸੀ ਅਤੇ ਸਾਰਾ ਕੰਮ ਕਰਦੀ। ਮੇਰੇ ਵਿਆਹ ਤੇ ਮੇਰੀ ਭੈਣ ਮੈਨੂੰ ਕਹਿ ਰਹੀ ਸੀ ਕਿ ਤੂੰ ਤਾਂ ਬਹੁਤ ਖੁਸ਼ਨਸੀਬ ਆ, ਜਿਸ ਨੂੰ ਇੰਨਾ ਵਧੀਆ ਘਰ ਮਿਲਿਆ ਤੇ ਛੋਟਾ ਜਿਹਾ ਪਰਿਵਾਰ ਮਿਲਿਆ। ਤੇਰੀ ਜ਼ਿੰਦਗੀ ਮੇਰੀ ਤਰ੍ਹਾਂ ਤਾਂ ਨਹੀਂ ਗੁਜ਼ਰੇਗੀ, ਬਲਕਿ ਬਹੁਤ ਚੰਗੀ ਅਤੇ ਖੁਸ਼ੀ ਗੁਜ਼ਰੇਗੀ। ਮੇਰਾ ਵਿਆਹ ਤਾਂ ਭਰਾ ਨੇ ਇੰਨੇ ਵੱਡੇ ਪਰਿਵਾਰ ਵਿੱਚ ਕਰ ਦਿੱਤਾ, ਜਿੱਥੇ ਮੈਂ ਤਾਂ ਤੰਗ ਆ ਗਈ ਹਾਂ। ਮੈਂ ਵੀ ਇਸ ਗੱਲ ਨੂੰ ਦਿਮਾਗ ਵਿੱਚ ਸੋਚਦੀ ਸੀ ਤਾਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੀ ਸੀ ਤੇ ਸੋਚਦੀ ਸੀ ਕਿ ਮੇਰੀ ਭੈਣ ਬਿਲਕੁਲ ਠੀਕ ਕਹਿ ਰਹੀ ਆ। ਮੇਰੇ ਵਿਆਹ ਦੇ 10 ਦਿਨ ਤੱਕ ਜ਼ਿੰਦਗੀ ਬਹੁਤ ਚੰਗੀ ਗੁਜ਼ਰ ਰਹੀ ਸੀ, ਪਰ ਮੇਰੀ ਦਰਾਣੀ ਬਹੁਤ ਚਲਾਕ ਸੀ, ਜਦਕਿ ਮੈਂ ਉਸ ਦੀ ਜਠਾਣੀ ਸੀ। ਮੈਨੂੰ ਉਸ ਉੱਤੇ ਹੁਕਮ ਚਲਾਉਣਾ ਚਾਹੀਦਾ ਸੀ, ਲੇਕਿਨ ਉਹ ਤਾਂ ਉਲਟਾ ਮੇਰੇ ਉੱਪਰ ਹੀ ਹੁਕਮ ਚਲਾਉਂਦੀ, ਮੇਰੀਆਂ ਛੋਟੀਆਂ ਗਲਤੀਆਂ ਨੂੰ ਫੜਦੀ ਰਹਿੰਦੀ। ਉਸਨੇ ਮੈਨੂੰ ਹਰ ਪਾਸਿਓਂ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮੇਰਾ ਦਿਓਰ ਵੀ ਆਪਣੀ ਪਤਨੀ ਦਾ ਹੀ ਸਾਥ ਦਿਆ ਕਰਦਾ ਸੀ। ਉਸ ਦੀ ਪਤਨੀ ਸਾਰਾ ਦਿਨ ਆਰਾਮ ਕਰਦੀ ਤੇ ਮੈਂ ਘਰ ਦਾ ਕੰਮ ਕਰਿਆ ਕਰਦੀ। ਮੈਂ ਚਾਹ ਕੇ ਵੀ ਆਪਣੀ ਦਰਾਣੀ ਨੂੰ ਕੁਝ ਨਹੀਂ ਕਹਿ ਸਕਦੀ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਜ਼ਿਆਦਾ ਬੋਲਣ ਤੇ ਮੇਰੇ ਪਤੀ ਨੂੰ ਜਾਂ ਮੇਰੇ ਦਿਓਰ ਨੂੰ ਮੇਰੀ ਕਿਸੇ ਗੱਲ ਦਾ ਯਕੀਨ ਨਹੀਂ ਆਵੇਗਾ। ਮੇਰੀ ਦਰਾਣੀ ਇੰਨੀ ਚਲਾਕ ਸੀ ਕਿ ਆਪਣੇ ਪਤੀ ਅਤੇ ਜੇਠ ਦੇ ਘਰ ਆਉਂਦੇ ਹੀ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਅਤੇ ਉਹਨਾਂ ਦੇ ਪਿੱਛੋਂ ਘਰ ਦਾ ਇੱਕ ਵੀ ਕੰਮ ਨੂੰ ਹੱਥ ਨਾ ਲਾਉਂਦੀ। ਮੇਰੀ ਦਰਾਣੀ ਉਮਰ ਵਿੱਚ ਮੇਰੇ ਨਾਲੋਂ ਜ਼ਿਆਦਾ ਵੱਡੀ ਸੀ।
ਇਸ ਲਈ ਮੇਰੇ ਨਾਲ ਇੰਨੀ ਚਲਾਕੀ ਦਿਖਾਉਂਦੀ ਸੀ। ਉਹ ਮੇਰੇ ਨਾਲ ਬਿਲਕੁਲ ਮੇਰੀ ਸੱਸ ਬਣਨਾ ਚਾਹੁੰਦੀ ਸੀ। ਮੈਨੂੰ ਲੱਗਦਾ ਸੀ ਕਿ ਜੇ ਮੇਰੀ ਸੱਸ ਜਿਉਂਦੀ ਹੁੰਦੀ ਤਾਂ ਉਹ ਵੀ ਮੇਰੇ ਉੱਪਰ ਇਸ ਤਰ੍ਹਾਂ ਹੁਕਮ ਨਾ ਚਲਾਉਂਦੀ, ਪਰ ਮੈਂ ਦੇਖ ਲਿਆ ਸੀ ਕਿ ਮੇਰਾ ਦਿਓਰ ਵੀ ਕੋਈ ਘੱਟ ਨਹੀਂ ਸੀ। ਉਹ ਆਪਣੀ ਪਤਨੀ ਨੂੰ ਜਦੋਂ ਕੰਮ ਕਰਦੇ ਹੋਏ ਦੇਖਦਾ ਤਾਂ ਮੈਨੂੰ ਘੂਰਨ ਲੱਗਦਾ ਕਿ ਭਾਬੀ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਪਤਨੀ ਤੋਂ ਘਰ ਦਾ ਇੰਨਾ ਕੰਮ ਕਰਵਾਉਂਦੇ ਹੋਏ। ਤੁਸੀਂ ਵੱਡੇ ਹੋ, ਘਰ ਦੇ ਸਾਰੇ ਕੰਮ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ। ਮੈਂ ਜਦੋਂ ਵੀ ਘਰ ਆਉਂਦਾ ਤਾਂ ਮੇਰੀ ਪਤਨੀ ਹੀ ਕੰਮ ਕਰਦੀ ਹੋਈ ਮੈਨੂੰ ਦਿਖਾਈ ਦਿੰਦੀ ਆ, ਤੁਸੀਂ ਕੁਝ ਨਹੀਂ ਕਰਦੇ। ਮੈਂ ਆਪਣੇ ਦਿਓਰ ਨੂੰ ਕੁਝ ਨਹੀਂ ਕਹਿ ਸਕਦੀ ਸੀ, ਕਿਉਂਕਿ ਜੋ ਮੇਰੇ ਕੁਝ ਕਹਿਣ 'ਤੇ ਉਸਨੇ ਮੇਰੇ ਪਤੀ ਨੂੰ ਸ਼ਿਕਾਇਤ ਕਰ ਦਿੱਤੀ ਤਾਂ ਉਹ ਮੇਰੇ ਨਾਲ ਨਾਰਾਜ਼ ਹੋ ਜਾਣਗੇ। ਬਸ ਇਸ ਗੱਲ ਦਾ ਧਿਆਨ ਰੱਖਦੇ ਹੋਏ ਮੈਂ ਆਪਣੇ ਦਿਓਰ ਨੂੰ ਪਲਟ ਕੇ ਜਵਾਬ ਨਹੀਂ ਦਿੰਦੀ ਸੀ। ਮੇਰੇ ਪਤੀ ਦਾ ਕੰਮ ਤਾਂ ਅਜਿਹਾ ਸੀ ਕਿ ਉਹ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦੇ ਸੀ। ਜਦੋਂ ਉਹ ਕੰਮ ਤੋਂ ਘਰ ਵਾਪਸ ਆਉਂਦੇ ਤਾਂ ਕਦੇ-ਕਦੇ ਮੈਂ ਆਪਣੀ ਦਰਾਣੀ ਦੇ ਬਾਰੇ ਵਿੱਚ ਕੋਈ ਗੱਲ ਕਹਿ ਵੀ ਦਿੰਦੀ ਤਾਂ ਉਹ ਮੈਨੂੰ ਬਹੁਤ ਗੱਲਾਂ ਸੁਣਾਉਂਦੇ ਕਿ ਪਹਿਲਾਂ ਹੀ ਮੈਂ ਥੱਕ ਹਾਰ ਕੇ ਘਰ ਆਇਆ ਤੇ ਘਰ ਆ ਕੇ ਮੈਂ ਤੇਰੀਆਂ ਵੀ ਗੱਲਾਂ ਸੁਣਾ। ਹੁਣ ਮੈਂ ਆਪਣੀ ਪਤੀ ਨੂੰ ਇਸ ਬਾਰੇ ਵਿੱਚ ਕੋਈ ਗੱਲ ਕਰਨੀ ਛੱਡ ਹੀ ਦਿੱਤੀ। ਮੇਰੀ ਜ਼ਿੰਦਗੀ ਤਾਂ ਵਿਆਹ ਦੇ ਬਾਅਦ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਸੀ। ਇੱਕ ਦਿਨ ਮੇਰੇ ਪਤੀ ਅਤੇ ਦਿਓਰ ਦੀ ਛੁੱਟੀ ਸੀ। ਮੇਰੀ ਦਰਾਣੀ ਲਗਾਤਾਰ ਮੇਰੇ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾ ਰਹੀ ਸੀ। ਦੋਨੋਂ ਭਰਾ ਕਿਸੇ ਕੰਮ ਤੋਂ ਬਾਹਰ ਚਲੇ ਗਏ ਤੇ ਮੇਰੀ ਦਰਾਣੀ ਸਟੋਰ ਰੂਮ ਦੀ ਸਫਾਈ ਕਰਨ ਦੇ ਲਈ ਚਲੀ ਗਈ ਅਤੇ ਮੈਂ ਆਪਣੇ ਕਮਰੇ ਦੀ ਸਫਾਈ ਕਰ ਰਹੀ ਸੀ। ਲੇਕਿਨ ਮੇਰੀ ਦਰਾਣੀ ਨੂੰ ਸਫਾਈ ਕਰਦੇ ਹੋਏ ਅੱਧਾ ਘੰਟਾ ਹੋ ਗਿਆ, ਉਹ ਹਾਲੇ ਤੱਕ ਸਟੋਰ ਰੂਮ ਤੋਂ ਬਾਹਰ ਨਹੀਂ ਆਈ। ਉਦੋਂ ਹੀ ਮੇਰੇ ਪਤੀ ਅਤੇ ਦਿਓਰ ਵੀ ਘਰ ਆ ਗਏ। ਜਦੋਂ ਮੇਰੇ ਦਿਓਰ ਦੀ ਨਜ਼ਰ ਸਟੋਰ ਰੂਮ ਦੇ ਵੱਲ ਪਈ ਤਾਂ ਮੇਰੀ ਦਰਾਣੀ ਸਟੋਰ ਰੂਮ ਵਿੱਚ ਬੇਹੋਸ਼ ਪਈ ਸੀ। ਅਸੀਂ ਸਾਰੇ ਉਸ ਨੂੰ ਬੇਹੋਸ਼ ਪਈ ਹੋਈ ਨੂੰ ਦੇਖ ਕੇ ਘਬਰਾ ਗਏ ਅਤੇ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਸ ਦੀ ਜਾਨ ਨਿਕਲ ਚੁੱਕੀ ਆ। ਅਸੀਂ ਤਿੰਨਾਂ ਨੇ ਜਲਦੀ ਹੀ ਉਸ ਨੂੰ ਹਸਪਤਾਲ ਲੈ ਗਏ। ਡਾਕਟਰ ਨੇ ਕਿਹਾ, ਤੁਸੀਂ ਤਾਂ ਪਹਿਲਾਂ ਹੀ ਇਸ ਨੂੰ ਮਾਰ ਕੇ ਲਿਆਏ ਹੋ, ਇਹ ਤਾਂ ਇੱਥੇ ਆਉਣ ਤੋਂ ਪਹਿਲਾਂ ਹੀ ਮਰ ਚੁੱਕੀ ਆ। ਅਸੀਂ ਇਸ ਨੂੰ ਨਹੀਂ ਬਚਾ ਸਕੇ। ਪਤਾ ਲੱਗਿਆ ਕਿ ਮੇਰੀ ਦਰਾਣੀ ਨੂੰ ਕਰੰਟ ਲੱਗ ਗਿਆ ਸੀ। ਇਸ ਵਜ੍ਹਾ ਨਾਲ ਉਸ ਦੀ ਮੌਤ ਹੋ ਗਈ ਸੀ। ਘਰ ਵਿੱਚ ਸਾਨੂੰ ਉਸ ਦੇ ਮਰਨ ਦਾ ਪਤਾ ਨਹੀਂ ਲੱਗਿਆ ਸੀ ਤੇ ਨਾ ਹੀ ਕਰੰਟ ਲੱਗਣ ਨਾਲ ਉਸ ਦੀ ਕੋਈ ਆਵਾਜ਼ ਨਿਕਲੀ ਸੀ। ਸ਼ਾਇਦ ਉਸ ਦੀ ਮੌਤ ਇਸ ਤਰ੍ਹਾਂ ਨਾਲ ਆਉਣੀ ਸੀ। ਘਰ ਵਿੱਚ ਇੱਕ ਅਜੀਬ ਤਰ੍ਹਾਂ ਦਾ ਕੋਹਰਾਮ ਮੱਚ ਗਿਆ। ਅਫਸੋਸ ਮੈਨੂੰ ਵੀ ਬਹੁਤ ਹੋ ਰਿਹਾ ਸੀ। ਮੇਰੀ ਦਰਾਣੀ ਇਸ ਦੁਨੀਆ ਤੋਂ ਚਲੀ ਗਈ ਸੀ। ਮੇਰੇ ਦਿਓਰ ਨੂੰ ਆਪਣੀ ਪਤਨੀ ਦੀ ਮੌਤ ਦਾ ਬਹੁਤ ਝਟਕਾ ਲੱਗਿਆ। ਹੁਣ ਮੈਂ ਆਪਣੇ ਘਰ ਵਿੱਚ ਇਕੱਲੀ ਰਹਿ ਗਈ ਤਾਂ ਮੇਰੇ ਪਤੀ ਅਤੇ ਦਿਓਰ ਕੰਮ 'ਤੇ ਜਾਂਦੇ। ਹੌਲੀ-ਹੌਲੀ ਸਭ ਆਪਣੇ ਰੁਟੀਨ 'ਤੇ ਵਾਪਸ ਆ ਗਏ। ਮੇਰੇ ਦਿਓਰ ਵੀ ਕਾਫੀ ਹੱਦ ਤੱਕ ਸੰਭਲ ਚੁੱਕੇ ਸੀ। ਮੇਰੇ ਦਿਓਰ ਦਾ ਕੰਮ ਹਲਕਾ ਚੱਲ ਰਿਹਾ ਸੀ। ਇਸ ਵਜ੍ਹਾ ਨਾਲ ਉਹ ਜ਼ਿਆਦਾਤਰ ਘਰ ਵਿੱਚ ਹੀ ਰਹਿੰਦੇ ਸੀ। ਮੈਂ ਸੋਚਦੀ ਸੀ ਕਿ ਚਲੋ ਚੰਗਾ, ਮੈਂ ਵੀ ਘਰ ਵਿੱਚ ਇਕੱਲੀ ਰਹਿੰਦੀ ਹਾਂ। ਮੈਨੂੰ ਇਕੱਲੇ ਘਰ ਵਿੱਚ ਡਰ ਲੱਗਦਾ ਸੀ, ਕਿਉਂਕਿ ਜਦੋਂ ਤੋਂ ਮੇਰਾ ਵਿਆਹ ਹੋਇਆ ਸੀ ਮੇਰੀ ਦਰਾਣੀ ਮੇਰੇ ਨਾਲ ਘਰ ਵਿੱਚ ਰਹਿੰਦੀ ਸੀ। ਹੁਣ ਜਦੋਂ ਉਸ ਦੀ ਮੌਤ ਹੋ ਗਈ ਤਾਂ ਮੈਨੂੰ ਇਕੱਲੀ ਨੂੰ ਘਰ ਖਾਣ ਨੂੰ ਆਉਂਦਾ ਸੀ। ਮੇਰਾ ਦਿਓਰ ਕਾਫੀ ਟਾਈਮ ਤੋਂ ਆਪਣੇ ਕੰਮਾਂ 'ਤੇ ਨਹੀਂ ਜਾ ਰਿਹਾ ਸੀ। ਕਦੇ-ਕਦੇ ਕਿਸੇ ਦਿਨ 1-2 ਘੰਟੇ ਦੇ ਲਈ ਚਲਾ ਜਾਂਦਾ। ਇੱਕ ਦਿਨ ਮੈਂ ਕਿਚਨ ਵਿੱਚ ਖੜੀ ਹੋਈ ਖਾਣਾ ਬਣਾ ਰਹੀ ਸੀ ਤਾਂ ਮੈਨੂੰ ਅਚਾਨਕ ਅਜਿਹਾ ਲੱਗਿਆ ਜਿਵੇਂ ਮੇਰੇ ਪਿੱਛੇ ਕੋਈ ਖੜਾ। ਜਦੋਂ ਮੈਂ ਮੁੜ ਕੇ ਦੇਖਿਆ ਤਾਂ ਮੇਰਾ ਦਿਓਰ ਸੀ। ਮੈਂ ਕਿਹਾ, ਹਾਂ ਬੋਲੋ ਸੌਰਵ, ਤੈਨੂੰ ਕੁਝ ਚਾਹੀਦਾ, ਕੋਈ ਕੰਮ ਆ? ਤਾਂ ਉਸਨੇ ਮੇਰੇ ਵੱਲ ਜੂਸ ਦਾ ਗਲਾਸ ਵਧਾਇਆ ਤੇ ਕਹਿਣ ਲੱਗਾ, ਭਾਬੀ ਤੁਸੀਂ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ? ਮੈਂ ਤੁਹਾਨੂੰ ਕਦੋਂ ਦਾ ਦੇਖ ਰਿਹਾ। ਮੈਂ ਤੁਹਾਡੇ ਲਈ ਬਾਜ਼ਾਰ ਤੋਂ ਜਾ ਕੇ ਮਸੰਮੀ ਦਾ ਜੂਸ ਲੈ ਕੇ ਆਇਆ। ਜਿਸ ਦਿਨ ਤੋਂ ਮੇਰੀ ਪਤਨੀ ਮਰੀ ਆ, ਸਾਰੇ ਕੰਮਾਂ ਦਾ ਲੋੜ ਤੁਹਾਡੇ ਉੱਪਰ ਆ ਗਿਆ। ਮੇਰੀ ਪਤਨੀ ਤਾਂ ਇਸ ਦੁਨੀਆ ਵਿੱਚੋਂ ਜਾ ਚੁੱਕੀ ਆ। ਮੈਂ ਨਹੀਂ ਚਾਹੁੰਦਾ ਕਿ ਇਸ ਘਰ ਦਾ ਕੰਮ ਕਰਦੇ ਕਰਦੇ ਤੁਸੀਂ ਵੀ ਇਸ ਦੁਨੀਆ ਤੋਂ ਚਲੇ ਜਾਵੋ। ਭਾਬੀ ਤੁਸੀਂ ਆਪਣਾ ਖਿਆਲ ਰੱਖਿਆ ਕਰੋ। ਵੈਸੇ ਤਾਂ ਤੁਸੀਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਖੂਬਸੂਰਤ ਹੋ, ਪਰ ਤੁਹਾਡੀ ਖੂਬਸੂਰਤੀ ਨੂੰ ਇਸ ਘਰ ਦੇ ਕੰਮਾਂ ਨੇ ਦਬਾ ਕੇ ਰੱਖਿਆ ਹੋਇਆ। ਇਹ ਜੂਸ ਪੀ ਲਓ। ਮੈਨੂੰ ਬੜੀ ਹੈਰਾਨੀ ਹੋ ਰਹੀ ਸੀ ਆਪਣੇ ਦਿਓਰ ਦੀਆਂ ਗੱਲਾਂ 'ਤੇ, ਪਰ ਕਿਸ ਤਰ੍ਹਾਂ ਦੀਆਂ ਗੱਲਾਂ ਉਹ ਕਰ ਰਿਹਾ ਸੀ ਅਤੇ ਹੈਰਾਨੀ ਇਸ ਗੱਲ ਦੀ ਵੀ ਹੋ ਰਹੀ ਸੀ ਕਿ ਮੇਰੇ ਦਿਓਰ ਨੂੰ ਮੇਰਾ ਇੰਨਾ ਖਿਆਲ ਕਦੋਂ ਤੋਂ ਹੋਣ ਲੱਗਿਆ। ਉਹ ਮੇਰੇ ਲਈ ਖੁਦ ਜਾ ਕੇ ਬਾਜ਼ਾਰ ਤੋਂ ਮਸੰਮੀ ਦਾ ਜੂਸ ਲੈ ਕੇ ਆਇਆ। ਪਿਆਸ ਤਾਂ ਮੈਨੂੰ ਸੱਚਮੁੱਚ ਬਹੁਤ ਲੱਗ ਰਹੀ ਸੀ, ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋ ਰਹੀ ਸੀ ਤੇ ਮੈਂ ਆਪਣੇ ਅੰਦਰ ਕੁਝ ਕਮਜ਼ੋਰੀ ਜਿਹੀ ਵੀ ਮਹਿਸੂਸ ਕਰਨ ਲੱਗੀ ਸੀ। ਜੂਸ ਦੇ ਗਲਾਸ ਦੇ ਵੱਲ ਦੇਖਿਆ ਤਾਂ ਮੇਰਾ ਮਨ ਉਸ ਨੂੰ ਪੀਣ ਨੂੰ ਕਰ ਗਿਆ। ਮੈਂ ਆਪਣੇ ਹੱਥ ਵਿੱਚ ਜੂਸ ਦਾ ਗਲਾਸ ਫੜਿਆ ਤੇ ਪੀ ਲਿਆ। ਆਪਣੇ ਦਿਓਰ ਨੂੰ ਥੈਂਕ ਯੂ ਬੋਲਿਆ। ਮੈਂ ਕਿਹਾ ਕਿ ਮੇਰੇ ਦਿਓਰ ਨੂੰ ਉਸ ਦੀ ਪਤਨੀ ਮੇਰੇ ਖਿਲਾਫ ਭੜਕਾਉਂਦੀ ਹੋਵੇਗੀ, ਇਸ ਲਈ ਤਾਂ ਉਹ ਪਹਿਲਾਂ ਮੈਨੂੰ ਜ਼ਿਆਦਾ ਪਸੰਦ ਨਹੀਂ ਕਰਦਾ ਸੀ। ਆਖਿਰ ਮੈਂ ਵੀ ਤਾਂ ਇਨਸਾਨ ਆ, ਮੈਂ ਵੀ ਸਾਰੇ ਘਰ ਦਾ ਕੰਮ ਕਰਦੀ ਆ, ਥੱਕ ਜਾਂਦੀ ਆ।
ਹੁਣ ਜਦੋਂ ਮੇਰਾ ਦਿਓਰ ਆਪਣੀ ਪਤਨੀ ਦੇ ਨਾਲ ਨਾ ਹੋਣ 'ਤੇ ਮੈਨੂੰ ਸਾਰੇ ਘਰ ਦਾ ਕੰਮ ਕਰਦਾ ਹੋਇਆ ਦੇਖਦਾ ਹੋਵੇਗਾ ਤਾਂ ਉਸ ਨੂੰ ਜ਼ਰੂਰ ਮੇਰੇ 'ਤੇ ਤਰਸ ਆ ਗਿਆ ਹੋਵੇਗਾ। ਮੈਨੂੰ ਲੱਗਿਆ ਕਿ ਸ਼ਾਇਦ ਇਸ ਗੱਲ ਨਾਲ ਮੇਰੇ ਦਿਓਰ ਦਾ ਦਿਲ ਨਰਮ ਹੋ ਗਿਆ ਹੋਵੇਗਾ, ਕਿਉਂਕਿ ਉਸ ਦੀ ਪਤਨੀ ਵੀ ਘਰ ਦੀ ਸਫਾਈ ਕਰਨ ਦੀ ਵਜ੍ਹਾ ਨਾਲ ਹੀ ਇਸ ਦੁਨੀਆ ਤੋਂ ਚਲੀ ਗਈ। ਉਹ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ, ਤਾਂ ਹੀ ਉਸ ਨੂੰ ਆਪਣੀ ਪਤਨੀ ਦਾ ਖਿਆਲ ਆਉਂਦਾ ਹੋਵੇਗਾ। ਮੇਰੀ ਦਰਾਣੀ ਇਸ ਦੁਨੀਆ ਤੋਂ ਚਲੀ ਗਈ। ਘਰ ਵਿੱਚ ਹਾਲੇ ਤੱਕ ਕੋਈ ਚੰਗਾ ਖਾਣ ਪੀਣ ਨੂੰ ਨਹੀਂ ਬਣ ਰਿਹਾ ਸੀ। ਘਰ ਵਿੱਚ ਹਾਲੇ ਤੱਕ ਸ਼ੋਕ ਦਾ ਮਾਹੌਲ ਬਣਿਆ ਹੋਇਆ ਸੀ। ਮੈਂ ਗਲਤੀ ਨਾਲ ਆਪਣੇ ਮੋਬਾਈਲ 'ਤੇ ਗਾਣਾ ਵਜਾ ਲਏ ਤਾਂ ਮੇਰੇ ਪਤੀ ਨੇ ਮੈਨੂੰ ਮੇਰੇ ਨਾਲ ਝਗੜਾ ਕਰਨ ਲੱਗੇ, ਜਦ ਕਿ ਮੇਰੀ ਦਰਾਣੀ ਦੀ ਮੌਤ ਨੂੰ 15 ਦਿਨ ਹੋ ਚੁੱਕੇ ਸੀ। ਆਖਿਰ ਕਦੋਂ ਤੱਕ ਇਹ ਲੋਕ ਘਰ ਵਿੱਚ ਮੌਤ ਹੋਣ 'ਤੇ ਸ਼ੋਕ ਮਨਾਉਂਦੇ ਰਹਿਣਗੇ। ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਮੈਂ ਵੀ ਚੁੱਪ ਹੋ ਗਈ। ਉਸ ਤੋਂ ਮਾफ़ੀ ਮੰਗ ਲਈ। ਮੈਂ ਕਿਹਾ, ਮਾफ़ ਕਰ ਦਿਓ, ਮੈਂ ਬੋਰ ਹੋ ਰਹੀ ਸੀ, ਇਸ ਲਈ ਮੋਬਾਈਲ 'ਤੇ ਗਾਣੇ ਚਲਾ ਲਏ। ਮੇਰੇ ਪਤੀ ਨੇ ਕਿਹਾ ਕਿ ਤੈਨੂੰ ਕੀ ਪਤਾ ਮੇਰੇ ਭਰਾ ਤੇ ਉਸ ਦੀ ਪਤਨੀ ਦੇ ਚਲੇ ਜਾਣ ਤੋਂ ਬਾਅਦ ਕੀ ਬੀਤ ਰਹੀ ਆ। ਉਹ ਆਪਾਂ ਦੋਹਾਂ ਨੂੰ ਇਕੱਠੇ ਦੇਖਦਾ ਹੋਵੇਗਾ ਤਾਂ ਉਸ ਦੇ ਉੱਪਰ ਕੀ ਬੀਤ ਰਹੀ ਹੋਵੇਗੀ। ਉਸ ਨੂੰ ਆਪਣੀ ਪਤਨੀ ਦੀ ਯਾਦ ਆਉਂਦੀ ਹੋਵੇਗੀ। ਇੱਕ ਦਿਨ ਸ਼ਾਮ ਦੇ ਟਾਈਮ ਮੇਰਾ ਦਿਓਰ ਮੇਰੇ ਲਈ ਚਾਊਮੀਨ ਲੈ ਕੇ ਆਇਆ। ਇਸ ਤਰ੍ਹਾਂ ਦੀ ਚੀਜ਼ ਉਹ ਆਪਣੀ ਪਤਨੀ ਨੂੰ ਘਰ ਤੋਂ ਬਾਹਰ ਲਿਆ ਕੇ ਖਵਾਇਆ ਕਰਦਾ ਸੀ। ਮੈਂ ਆਪਣੇ ਦਿਓਰ ਨੂੰ ਕਿਹਾ ਕਿ ਤੈਨੂੰ ਤੇਰੀ ਪਤਨੀ ਦੀ ਯਾਦ ਆ ਰਹੀ ਆ, ਇਸ ਲਈ ਤੂੰ ਆਪਣੀ ਪਤਨੀ ਦੀ ਫੇਵਰਟ ਚੀਜ਼ ਘਰ ਵਿੱਚ ਲੈ ਕੇ ਆਇਆ। ਉਹ ਕਹਿਣ ਲੱਗਿਆ, ਨਹੀਂ ਭਾਬੀ, ਇਹ ਤਾਂ ਮੈਂ ਤੁਹਾਡੇ ਲਈ ਲੈ ਕੇ ਆਇਆ। ਤੁਸੀਂ ਇਹੋ ਜਿਹੀ ਚੀਜ਼ ਕਦੇ ਨਹੀਂ ਖਾਧੀ ਨਾ। ਇਸ ਬਾਰੇ ਤੁਹਾਨੂੰ ਭਰਾ ਨੂੰ ਦੱਸਣ ਦੀ ਬਿਲਕੁਲ ਜ਼ਰੂਰਤ ਨਹੀਂ। ਉਸ ਦੀ ਆਉਣ ਤੋਂ ਪਹਿਲਾਂ ਹੀ ਤੁਸੀਂ ਇਹ ਚਾਊਮੀਨ ਨੂੰ ਖਤਮ ਕਰ ਲੈਣਾ। ਲੇਕਿਨ ਮੈਂ ਕਿਹਾ ਕਿ ਇਸ ਬਾਰੇ ਜੇ ਤੇਰੇ ਵੀਰ ਨੂੰ ਪਤਾ ਚੱਲ ਗਿਆ ਤਾਂ। ਮੇਰੇ ਦਿਓਰ ਨੇ ਕਿਹਾ, ਨਹੀਂ ਭਾਬੀ, ਉਹਨਾਂ ਨੂੰ ਕਿਵੇਂ ਪਤਾ ਚੱਲੇਗਾ, ਤੁਸੀਂ ਜਲਦੀ ਨਾਲ ਖਾਓ। ਚਾਊਮੀਨ ਖਤਮ ਕਰਕੇ ਉਸ ਦਾ ਪੈਕਟ ਡਸਟਬਿਨ ਵਿੱਚ ਪਾ ਦੇਣਾ। ਅਤੇ ਵੈਸੇ ਵੀ ਭਰਾ ਨੂੰ ਤੁਹਾਡਾ ਕੋਈ ਖਿਆਲ ਨਹੀਂ। ਇਹ ਗੱਲ ਤਾਂ ਠੀਕ ਸੀ, ਮੇਰੇ ਪਤੀ ਨੂੰ ਮੇਰਾ ਕੋਈ ਖਿਆਲ ਨਹੀਂ ਸੀ। ਮੈਂ ਮਜ਼ੇ ਨਾਲ ਚਾਊਮੀਨ ਖਾਂਦੀ ਤੇ ਉਸ ਦੇ ਬਾਅਦ ਮੈਨੂੰ ਗਹਿਰੀ ਨੀਂਦ ਆ ਜਾਂਦੀ। ਚਾਊਮੀਨ ਬਹੁਤ ਹੀ ਟੇਸਟੀ ਸੀ। ਮੈਂ ਪਹਿਲੀ ਵਾਰ ਚਾਊਮੀਨ ਖਾਧੀ ਸੀ, ਮੈਨੂੰ ਹੋਰ ਵੀ ਜ਼ਿਆਦਾ ਪਸੰਦ ਆਈ, ਵਰਨਾ ਮੈਂ ਆਪਣੀ ਦਰਾਣੀ ਦੇ ਮੂੰਹ ਵਿੱਚੋਂ ਇਸ ਦਾ ਨਾਮ ਸੁਣਿਆ ਕਰਦੀ ਸੀ। ਅਤੇ ਉਸ ਦੇ ਬਾਅਦ ਮੈਨੂੰ ਬਹੁਤ ਗਹਿਰੀ ਨੀਂਦ ਆ ਗਈ ਤੇ ਮੈਂ ਸੌਂ ਗਈ। ਲੇਕਿਨ ਉਸ ਦੇ ਬਾਅਦ ਜੋ ਹੋਇਆ ਮੈਨੂੰ ਕੁਝ ਨਹੀਂ ਪਤਾ ਸੀ। ਮੈਂ ਸੁੱਤੀ ਤਾਂ ਆਪਣੇ ਕਮਰੇ ਵਿੱਚ ਸੀ, ਲੇਕਿਨ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਖੁਦ ਨੂੰ ਆਪਣੇ ਦਿਓਰ ਦੇ ਕਮਰੇ ਵਿੱਚ ਪਾਇਆ। ਜਦੋਂ ਸੌਂ ਕੇ ਉੱਠ ਕੇ ਦਿਓਰ ਦੇ ਕਮਰੇ ਵਿੱਚੋਂ ਨਿਕਲੀ ਤਾਂ ਮੇਰੇ ਪਤੀ ਬਾਹਰ ਖੜ੍ਹੇ ਹੋਏ ਸੀ। ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਤੂੰ ਇੱਥੇ ਕੀ ਕਰ ਰਹੀ ਆ। ਮੈਂ ਕਿਹਾ, ਪਤਾ ਨਹੀਂ ਮੈਂ ਇੱਥੇ ਕਿਵੇਂ ਆ ਗਈ। ਮੈਂ ਸੌਰਵ ਦੇ ਕਮਰੇ ਵਿੱਚ ਸੌਂ ਕਿਉਂ ਰਹੀ ਸੀ, ਮੈਨੂੰ ਕੁਝ ਯਾਦ ਨਹੀਂ। ਮੇਰੇ ਪਤੀ ਨੇ ਕਿਹਾ, ਮੈਂ ਜਦੋਂ ਕਮਰੇ ਵਿੱਚ ਆਇਆ ਤਾਂ ਤੂੰ ਸੌਂ ਰਹੀ ਸੀ, ਲੇਕਿਨ ਮੈਂ ਕਿਸੇ ਕੰਮ ਨਾਲ ਥੋੜ੍ਹੀ ਦੇਰ ਦੇ ਲਈ ਬਾਹਰ ਕੀ ਚਲਾ ਗਿਆ। ਉਸ ਦੇ ਬਾਅਦ ਜਦੋਂ ਘਰ ਆ ਕੇ ਦੇਖਿਆ ਤਾਂ ਤੂੰ ਕਮਰੇ ਵਿੱਚ ਮੌਜੂਦ ਨਹੀਂ ਸੀ। ਮੈਂ ਕਿਹਾ, ਮੈਨੂੰ ਪਤਾ ਹੀ ਨਹੀਂ ਕਿ ਮੈਂ ਕਿਸ ਟਾਈਮ ਸੁੱਤੀ ਤੇ ਕਦੋਂ ਸੌਰਵ ਦੇ ਕਮਰੇ ਵਿੱਚ ਜਾ ਕੇ ਲੇਟ ਗਈ। ਮੇਰੇ ਪਤੀ ਨੇ ਕਿਹਾ, ਇਸ ਤਰ੍ਹਾਂ ਕਿਵੇਂ ਹੋ ਸਕਦਾ, ਤੈਨੂੰ ਕੁਝ ਪਤਾ ਹੀ ਨਹੀਂ ਚੱਲਿਆ। ਅਜਿਹੀ ਅਜੀਬ ਹਰਕਤਾਂ ਨਾ ਕਰਿਆ ਕਰ। ਤੂੰ ਖੁਦ ਚੱਲ ਕੇ ਹੀ ਸੌਰਵ ਦੇ ਕਮਰੇ ਵਿੱਚ ਗਈ ਹੋਵੇਂਗੀ ਤੇ ਤੈਨੂੰ ਪਤਾ ਹੀ ਨਹੀਂ ਕਿ ਤੂੰ ਕਿਸ ਵਕਤ ਉਸ ਦੇ ਕਮਰੇ ਵਿੱਚ ਚਲੀ ਗਈ, ਜਾ ਕੇ ਸੌਂ ਗਈ। ਮੇਰੇ ਦਿਓਰ ਨੇ ਕਿਹਾ ਕਿ ਜਦੋਂ ਮੈਂ ਆਪਣੇ ਕਮਰੇ ਵਿੱਚ ਆਇਆ ਤਾਂ ਭਾਬੀ ਮੇਰੇ ਕਮਰੇ ਵਿੱਚ ਸੁੱਤੀ ਪਈ ਸੀ। ਮੈਂ ਭਾਬੀ ਨੂੰ ਦੇਖ ਕੇ ਚੁੱਪਚਾਪ ਬਾਹਰ ਆ ਗਿਆ ਤੇ ਵਿਹੜੇ 'ਚ ਸੌਂ ਗਿਆ। ਲੇਕਿਨ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਕਿਵੇਂ ਹੋ ਰਿਹਾ ਸੀ ਅਤੇ ਮੈਂ ਕਿਸ ਤਰ੍ਹਾਂ ਆਪਣੇ ਦਿਓਰ ਦੇ ਕਮਰੇ ਵਿੱਚ ਚਲੀ ਗਈ। ਮੇਰੇ ਦਿਓਰ ਨੇ ਮੇਰੇ ਪਤੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਵੀਰ ਜੀ, ਭਾਬੀ ਗਲਤੀ ਨਾਲ ਮੇਰੇ ਕਮਰੇ 'ਚ ਆ ਗਈ ਹੋਵੇਗੀ, ਤੁਸੀਂ ਭਾਬੀ ਨਾਲ ਨਾ ਲੜੋ, ਕੋਈ ਇੰਨੀ ਵੱਡੀ ਗੱਲ ਨਹੀਂ, ਘਰ ਤੋਂ ਬਾਹਰ ਤਾਂ ਨਹੀਂ ਗਈ, ਮੇਰੇ ਕਮਰੇ ਵਿੱਚ ਹੀ ਆਈ ਸੀ। ਦਿਓਰ ਨੇ ਮੇਰੇ ਪਤੀ ਨੂੰ ਚੁੱਪ ਕਰਵਾ ਦਿੱਤਾ ਤੇ ਮੇਰੇ ਪਤੀ ਨੇ ਵੀ ਕਿਹਾ, ਠੀਕ ਆ, ਅੱਗੇ ਤੋਂ ਅਜਿਹੀ ਗਲਤੀ ਨਾ ਕਰੀਂ। ਸਾਰਾ ਦਿਨ ਮੈਂ ਇਹੀ ਸੋਚਦੀ ਰਹੀ ਕਿ ਮੈਂ ਆਪਣੇ ਕਮਰੇ ਵਿੱਚ ਸੁੱਤੀ ਸੀ ਤੇ ਦਿਓਰ ਦੇ ਕਮਰੇ ਵਿੱਚ ਮੇਰੀ ਅੱਖ ਖੁੱਲ੍ਹੀ। ਇਹ ਸਭ ਕੁਝ ਕੀ ਸੀ? ਮੈਂ ਸੋਚ ਕੇ ਪਰੇਸ਼ਾਨ ਹੋ ਗਈ। ਮੈਂ ਸਿੱਧੀ ਸਾਦੀ ਜਿਹੀ ਸੀ। ਮੈਂ ਛੋਟੀਆਂ ਗੱਲਾਂ 'ਤੇ ਕਦੇ ਧਿਆਨ ਹੀ ਨਹੀਂ ਦਿੱਤਾ ਸੀ। ਲੇਕਿਨ ਜਦੋਂ ਮੈਂ ਸਹੁਰੇ ਘਰ ਆਈ ਤਾਂ ਛੋਟੀਆਂ ਤੋਂ ਛੋਟੀਆਂ ਤੇ ਵੱਡੀ ਤੋਂ ਵੱਡੀ ਗੱਲ ਦਾ ਖਿਆਲ ਰੱਖਣਾ ਪੈਂਦਾ ਸੀ। ਮੇਰੀ ਦਰਾਣੀ ਦੀ ਜਦੋਂ ਮੌਤ ਹੋਈ ਸੀ ਤਾਂ ਘਰ ਵਿੱਚ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ ਸੀ। ਇੱਕ ਦਿਨ ਮੇਰੇ ਪਤੀ ਦੀ ਭੂਆ ਸਾਡੇ ਘਰ ਰੁਕਣ ਦੇ ਲਈ ਆਈ। ਉਸ ਰਾਤ ਮੇਰੇ ਪਤੀ ਦੀ ਭੂਆ ਸਾਡੇ ਘਰ ਵਿੱਚ ਹੀ ਠਹਿਰੀ ਸੀ। ਉਸ ਰਾਤ ਵੀ ਮੇਰੇ ਨਾਲ ਇਹੀ ਹੋਇਆ। ਮੈਂ ਸੁੱਤੀ ਤਾਂ ਆਪਣੇ ਕਮਰੇ ਵਿੱਚ ਸੀ, ਲੇਕਿਨ ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਪਣੇ ਦਿਓਰ ਦੇ ਕਮਰੇ ਵਿੱਚੋਂ ਉੱਠੀ।
ਮੇਰੇ ਪਤੀ ਦੀ ਭੂਆ ਵੀ ਇਸ ਗੱਲ 'ਤੇ ਬਹੁਤ ਜ਼ਿਆਦਾ ਗੁੱਸਾ ਕਰ ਰਹੀ ਸੀ ਤੇ ਮੇਰੇ ਪਤੀ ਨੂੰ ਮੇਰੀ ਸ਼ਿਕਾਇਤ ਕਰ ਰਹੀ ਸੀ ਕਿ ਤੇਰੀ ਪਤਨੀ ਕਿਹੋ ਜਿਹੀ ਆ, ਸ਼ਰਮ ਨਹੀਂ ਆਉਂਦੀ ਇਸ ਨੂੰ, ਆਪਣੇ ਦਿਓਰ ਦੇ ਕਮਰੇ ਵਿੱਚ ਸੌਂਦੀ ਆ। ਆਖਰ ਇਹ ਕਿਸ ਤਰ੍ਹਾਂ ਦੀ ਹਰਕਤ ਆ? ਇਹ ਇੰਨੀ ਵਿਗੜੀ ਹੋਈ ਲੜਕੀ ਆ ਕਿ ਇਸ ਨੂੰ ਪਤਾ ਹੀ ਨਹੀਂ ਕਿ ਇਹ ਕੀ ਕਰ ਰਹੀ ਆ। ਇਹ ਆਪਣੇ ਦਿਓਰ ਦੇ ਨਾਲ ਲਈ ਮਾਂ ਸਮਾਨ ਤਾਂ ਹੈ ਕਿ ਇਸ ਤਰ੍ਹਾਂ ਉਸਦੇ ਕਮਰੇ ਵਿੱਚ ਰਾਤ ਨੂੰ ਚਲੀ ਜਾਵੇਗੀ। ਉਹ ਤਾਂ ਸ਼ੁਕਰ ਮਨਾ ਕਿ ਤੇਰੇ ਭਰਾ ਬਹੁਤ ਚੰਗਾ, ਜੇ ਕੋਈ ਹੋਰ ਹੁੰਦਾ ਤਾਂ ਇਸ 'ਤੇ ਇਲਜ਼ਾਮ ਵੀ ਲਗਾ ਸਕਦਾ ਸੀ। ਮੇਰੇ ਪਤੀ ਨੇ ਆਪਣੀ ਭੂਆ ਦੇ ਸਾਹਮਣੇ ਹੀ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੇ ਕਿ ਤੂੰ ਰੋਜ਼ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗੀ ਆ, ਕਿਉਂ ਵਾਰ-ਵਾਰ ਮੇਰੇ ਭਰਾ ਦੇ ਕਮਰੇ ਵਿੱਚ ਚਲੀ ਜਾਂਦੀ ਆ। ਮੈਂ ਕਿਹਾ, ਤੁਸੀਂ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਮੈਂ ਤੁਹਾਡੇ ਭਰਾ ਦੇ ਕਮਰੇ ਵਿੱਚ ਕਿਉਂ ਜਾਊਂਗੀ ਅਤੇ ਮੈਨੂੰ ਉੱਥੇ ਜਾ ਕੇ ਕੀ ਮਿਲੇਗਾ? ਮੈਂ ਕੀ ਕਰੂੰਗੀ ਉੱਥੇ ਜਾ ਕੇ? ਅੱਜ ਤਾਂ ਮੈਨੂੰ ਪੂਰਾ ਯਾਦ ਆ ਕਿ ਮੈਂ ਆਪਣੇ ਕਮਰੇ ਵਿੱਚ ਹੀ ਸੁੱਤੀ ਸੀ। ਮੇਰੇ ਪਤੀ ਨੇ ਕਿਹਾ, ਤਾਂ ਫਿਰ ਸੌਰਵ ਦੇ ਕਮਰੇ ਵਿੱਚ ਕੀ ਕਰ ਰਹੀ ਸੀ? ਮੇਰੇ ਪਤੀ ਤਾਂ ਮੇਰੇ 'ਤੇ ਬਹੁਤ ਜ਼ਿਆਦਾ ਗੁੱਸਾ ਕਰਨ ਲੱਗੇ। ਉਹਨਾਂ ਨੇ ਮੇਰੇ ਨਾਲ ਗੱਲ ਕਰਨੀ ਵੀ ਘੱਟ ਕਰ ਦਿੱਤੀ ਤੇ ਨਾ ਹੀ ਉਹਨਾਂ ਨੇ ਮੇਰੇ ਕਿਸੇ ਗੱਲ ਦਾ ਖਿਆਲ ਸੀ। ਮੇਰੀ ਤਬੀਅਤ ਵੀ ਖਰਾਬ ਹੁੰਦੀ ਤਾਂ ਉਹ ਮੈਨੂੰ ਡਾਕਟਰ ਦੇ ਕੋਲ ਤੱਕ ਨਾ ਲੈ ਕੇ ਜਾਂਦੇ ਤੇ ਨਾ ਹੀ ਮੇਰੇ ਕਰੀਬ ਆਉਂਦੇ। ਨਾ ਹੀ ਉਹਨਾਂ ਨੂੰ ਮੇਰੀ ਕੋਈ ਫਿਕਰ ਹੁੰਦੀ ਸੀ। ਨਾ ਜਾਣੇ ਉਹ ਮੇਰੇ ਉੱਤੇ ਇੰਨਾ ਗੁੱਸਾ ਕਿਉਂ ਕਰਦੇ ਸੀ, ਜਦ ਕਿ ਮੇਰੀ ਕੋਈ ਗਲਤੀ ਵੀ ਨਹੀਂ ਹੁੰਦੀ ਸੀ। ਮੈਂ ਬੜੀ ਪਰੇਸ਼ਾਨ ਸੀ। ਮੈਂ ਕੀ ਕਰਾਂ? ਮੇਰੇ ਪਤੀ ਦਾ ਸੁਭਾਅ ਮੇਰੇ ਨਾਲ ਦਿਨ ਬ ਦਿਨ ਬਦਲਦਾ ਚਲਾ ਜਾ ਰਿਹਾ ਸੀ। ਉਹ ਤਾਂ ਮੈਨੂੰ ਛੋਟੀਆਂ-ਛੋਟੀਆਂ ਗੱਲਾਂ 'ਤੇ ਡਾਂਟਦੇ ਰਹਿੰਦੇ ਤੇ ਹਮੇਸ਼ਾ ਮੇਰੇ ਨਾਲ ਝਗੜਾ ਕਰਦੇ ਰਹਿੰਦੇ। ਮੈਨੂੰ ਰਹਿ ਕੇ ਆਪਣੀ ਕਿਸਮਤ 'ਤੇ ਰੋਣਾ ਆ ਰਿਹਾ ਸੀ। ਵਿਆਹ ਤੋਂ ਪਹਿਲਾਂ ਭਰਾ ਭਰਜਾਈ ਦੇ ਘਰ ਨੌਕਰਾਣੀਆਂ ਦੀ ਤਰ੍ਹਾਂ ਬਣ ਕੇ ਰਹਿੰਦੀ ਸੀ ਤੇ ਆਪਣੀ ਭਾਬੀ ਦੇ ਤਾਨੇ ਸੁਣਦੀ ਸੀ। ਵਿਆਹ ਦੇ ਬਾਅਦ ਪਹਿਲਾਂ ਤਾਂ ਦਰਾਣੀ ਤੰਗ ਕਰਿਆ ਕਰਦੀ ਸੀ ਤੇ ਉਸ ਤੋਂ ਬਾਅਦ ਉਹ ਦੁਨੀਆ ਤੋਂ ਚਲੀ ਗਈ ਤਾਂ ਨਵਾਂ ਹਾਦਸਾ ਮੇਰੇ ਨਾਲ ਹੋਣ ਲੱਗਿਆ ਕਿ ਮੇਰੇ ਪਤੀ ਦਾ ਸੁਭਾਅ ਮੇਰੇ ਨਾਲ ਬਿਲਕੁਲ ਅਲੱਗ ਹੋ ਗਿਆ। ਮੇਰਾ ਪਤੀ ਤਾਂ ਹਮੇਸ਼ਾ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰਦਾ ਰਹਿੰਦਾ। ਜ਼ਿੰਦਗੀ ਇਸ ਤਰ੍ਹਾਂ ਹੀ ਗੁਜ਼ਰ ਰਹੀ ਸੀ, ਲੇਕਿਨ ਮੇਰੇ ਪਤੀ ਨੂੰ ਮੇਰੀ ਬਿਲਕੁਲ ਪਰਵਾਹ ਨਹੀਂ ਸੀ। ਮੇਰੇ ਪਤੀ ਨੇ ਮੇਰੇ ਬਾਰੇ ਵੀ ਜਾਣਨਾ ਤੱਕ ਛੱਡ ਦਿੱਤਾ। ਨਾ ਹੀ ਉਹ ਮੇਰੇ ਨਾਲ ਬੈਠਦੇ ਤੇ ਕਦੇ ਨਾ ਹੀ ਸਾਡੇ ਵਿੱਚ ਕੋਈ ਪਤੀ ਪਤਨੀ ਵਾਲਾ ਰਿਸ਼ਤਾ ਹੀ ਬਚਿਆ ਸੀ। ਅਸੀਂ ਦੋਵੇਂ ਇੱਕ ਘਰ ਵਿੱਚ ਰਹਿੰਦੇ ਹੋਏ ਅਣਜਾਣਿਆਂ ਦੀ ਤਰ੍ਹਾਂ ਰਹਿੰਦੇ ਸੀ। ਮੈਂ ਆਪਣੇ ਪਤੀ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕਰਿਆ ਕਰਦੀ, ਲੇਕਿਨ ਮੈਂ ਹਰ ਵਾਰ ਇਸ ਕੋਸ਼ਿਸ਼ ਵਿੱਚ ਨਾਕਾਮ ਰਹਿੰਦੀ। ਮੈਂ ਜ਼ਿਆਦਾ ਤੋਂ ਜ਼ਿਆਦਾ ਕੀ ਕਰ ਸਕਦੀ ਸੀ? ਮੈਂ ਸਿਰਫ ਆਪਣੇ ਪਤੀ ਤੋਂ ਮਾफ़ੀ ਮੰਗ ਸਕਦੀ ਸੀ ਤੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਸਕਦੀ ਸੀ, ਪਰ ਮੇਰੇ ਪਤੀ ਨੂੰ ਕਿਸੇ ਵੀ ਗੱਲ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਸੀ। ਮੈਂ ਬਸ ਰੋਂਦੀ ਰਹਿੰਦੀ ਤੇ ਆਪਣੇ ਸਹੁਰੇ ਘਰ ਵਿੱਚ ਜਿਵੇਂ ਤਿਵੇਂ ਜ਼ਿੰਦਗੀ ਗੁਜ਼ਾਰ ਰਹੀ ਸੀ। ਜਦੋਂ ਮੈਂ ਛੋਟੀ ਸੀ ਤਾਂ ਮੇਰੀ ਮਾਂ ਨੇ ਮੈਨੂੰ ਬਹੁਤ ਸਬਰ ਕਰਨਾ ਸਿਖਾਇਆ ਸੀ, ਲੇਕਿਨ ਹੁਣ ਮੇਰੇ ਸਬਰ ਦੀ ਹੱਦ ਹੋ ਚੁੱਕੀ ਸੀ। ਮੇਰੇ ਵਿੱਚ ਹੁਣ ਸਬਰ ਕਰਨ ਦੀ ਹਿੰਮਤ ਬਾਕੀ ਨਹੀਂ ਰਹੀ ਸੀ। ਮੈਂ ਬੜੇ ਹੀ ਧਿਆਨ ਨਾਲ ਹਰ ਕੰਮ ਕਰਦੀ ਕਿ ਕਿਤੇ ਅਜਿਹਾ ਨਾ ਹੋ ਜਾਵੇ ਮੇਰਾ ਪਤੀ ਮੈਨੂੰ ਹੀ ਗਲਤ ਸਮਝਣ ਲੱਗੇ। ਜਿਸ ਲੜਕੀਆਂ ਵਿੱਚ ਸ਼ਰਮ ਹੁੰਦੀ ਆ ਉਹ ਖੁਦ ਹੀ ਗਲਤ ਕੰਮਾਂ ਤੋਂ ਪਿੱਛੇ ਹਟ ਜਾਂਦੀਆਂ, ਲੇਕਿਨ ਪਤੀ ਦਾ ਕੰਮ ਹੁੰਦਾ ਕਿ ਉਹ ਅੱਗੇ ਵਧੇ ਅਤੇ ਆਪਣਾ ਦਿਲ ਵੱਡਾ ਕਰੇ। ਮੇਰੇ ਪਤੀ ਨੂੰ ਨਾ ਜਾਣੇ ਕੀ ਹੋ ਗਿਆ ਸੀ। ਉਹਨਾਂ ਨੂੰ ਮੇਰੀ ਸ਼ਕਲ ਵੀ ਬੁਰੀ ਲੱਗਦੀ ਸੀ। ਜਦੋਂ ਮੇਰੀ ਦਰਾਣੀ ਜਿਉਂਦੀ ਸੀ ਤਾਂ ਮੇਰੇ ਪਤੀ ਅਜਿਹੇ ਨਹੀਂ ਸੀ ਜਿਵੇਂ ਉਹ ਹੁਣ ਹੋ ਗਏ ਸੀ। ਮੇਰੇ ਪਤੀ ਪਹਿਲਾਂ ਦੇ ਮੁਕਾਬਲੇ ਬਿਲਕੁਲ ਬਦਲ ਚੁੱਕੇ ਸੀ। ਪਹਿਲਾਂ ਤਾਂ ਥੋੜ੍ਹਾ ਬਹੁਤ ਪਿਆਰ ਮੁਹੱਬਤ ਜਤਾ ਦਿਆ ਕਰਦੇ ਸੀ, ਲੇਕਿਨ ਹੁਣ ਤਾਂ ਉਹ ਮੇਰੇ ਨਾਲ ਗੱਲ ਕਰਨਾ ਤੱਕ ਭੁੱਲ ਗਏ ਸੀ। ਘੱਟ ਤੋਂ ਘੱਟ ਮੇਰੇ ਨਾਲ ਬੈਠ ਕੇ ਖਾਣਾ ਖਾ ਲਿਆ ਕਰਦੇ ਅਤੇ ਮੇਰੇ ਨਾਲ ਇੱਕ ਦੋ ਗੱਲਾਂ ਕਰ ਲਿਆ ਕਰਦੇ, ਲੇਕਿਨ ਹੁਣ ਤਾਂ ਉਹ ਸਭ ਕੁਝ ਵੀ ਭੁੱਲ ਗਏ ਸੀ। ਲੇਕਿਨ ਮੇਰਾ ਦਿਓਰ ਇਹਨਾਂ ਦਿਨਾਂ ਵਿੱਚ ਮੇਰਾ ਬਹੁਤ ਖਿਆਲ ਰੱਖ ਰਿਹਾ ਸੀ। ਉਹ ਮੇਰਾ ਖਿਆਲ ਰੱਖਦਾ ਤਾਂ ਮੈਨੂੰ ਬੜਾ ਚੰਗਾ ਲੱਗਦਾ। ਮੇਰਾ ਦਿਓਰ ਸ਼ਾਮ ਨੂੰ ਮੇਰੇ ਲਈ ਕੋਈ ਨਾ ਕੋਈ ਨਵੇਂ ਖਾਣ ਪੀਣ ਦੀ ਚੀਜ਼ ਲੈ ਕੇ ਆਉਂਦਾ। ਮੈਨੂੰ ਉਸ ਦੀ ਲਿਆਂਦੀ ਹੋਈ ਹਰ ਚੀਜ਼ ਬਹੁਤ ਪਸੰਦ ਆਉਂਦੀ, ਲੇਕਿਨ ਮੈਂ ਇੱਕ ਗੱਲ ਨੋਟਿਸ ਕੀਤੀ ਸੀ ਕਿ ਜਦੋਂ ਵੀ ਮੈਂ ਆਪਣੇ ਦਿਓਰ ਦੀ ਲਿਆਂਦੀ ਹੋਈ ਕੋਈ ਚੀਜ਼ ਖਾਂਦੀ ਤਾਂ ਮੈਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ। ਉਸ ਦੇ ਬਾਅਦ ਮੈਂ ਆਪਣੇ ਦਿਓਰ ਦੇ ਕਮਰੇ ਵਿੱਚੋਂ ਮਿਲਦੀ ਅਤੇ ਉਸ ਦੇ ਬਾਅਦ ਫਿਰ ਉਹ ਵਿਹੜੇ ਵਿੱਚ ਮੰਜੇ 'ਤੇ ਸੁੱਤਾ ਹੋਇਆ ਮਿਲਦਾ। ਮੇਰੇ ਪਤੀ ਨੇ ਇਹ ਗੱਲ ਆਪਣੇ ਦੋਸਤਾਂ ਨੂੰ ਦੱਸੀ ਤਾਂ ਉਹਨਾਂ ਦੇ ਦੋਸਤਾਂ ਨੇ ਦੱਸਿਆ ਕਿ ਲੱਗਦਾ ਹੈ ਤੇਰੀ ਪਤਨੀ ਨੂੰ ਨੀਂਦ ਵਿੱਚ ਚੱਲਣ ਦੀ ਆਦਤ ਆ, ਜਾਂ ਫਿਰ ਉਹ ਕਿਸੇ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੋ ਰਹੀ ਆ, ਕਿਉਂਕਿ ਤੇਰੇ ਦੱਸਣ ਦੇ ਮੁਤਾਬਕ ਤੇਰੀ ਪਤਨੀ ਨੂੰ ਯਾਦ ਨਹੀਂ ਰਹਿੰਦਾ ਕਿ ਉਹ ਕਿੱਥੇ ਸੁੱਤੀ ਸੀ ਤੇ ਰਾਤ ਨੂੰ ਕੀ ਕਰ ਰਹੀ ਸੀ। ਪਰ ਮੈਨੂੰ ਇਹ ਬਿਮਾਰੀ ਕਦੋਂ ਹੋ ਗਈ ਮੈਨੂੰ ਕੁਝ ਪਤਾ ਨਹੀਂ ਚੱਲਿਆ। ਵਿਆਹ ਦੇ ਪਹਿਲਾਂ ਤਾਂ ਮੈਂ ਆਪਣੀ ਛੋਟੀ ਭੈਣ ਦੇ ਨਾਲ ਕਮਰੇ ਵਿੱਚ ਸੋਇਆ ਕਰਦੀ ਸੀ। ਉਸਨੇ ਤਾਂ ਕਦੇ ਮੈਨੂੰ ਇਸ ਹਰਕਤ ਦੇ ਬਾਰੇ ਵਿੱਚ ਨਹੀਂ ਦੱਸਿਆ, ਲੇਕਿਨ ਜਦੋਂ ਇਨਸਾਨ ਨੂੰ ਇਹ ਬਿਮਾਰੀ ਹੁੰਦੀ ਆ ਨਾ
ਤਾਂ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਰਾਤ ਨੂੰ ਸੌਣ ਦੇ ਟਾਈਮ ਵੀ ਕੀ ਕਰ ਰਿਹਾ ਹੁੰਦਾ। ਉਹ ਨੀਂਦ ਵਿੱਚ ਚੱਲ ਕੇ ਕਿਤੇ ਵੀ ਚਲਿਆ ਜਾਂਦਾ ਤੇ ਜੇ ਦਿਮਾਗ ਦੀ ਬਿਮਾਰੀ ਹੁੰਦੀ ਆ ਤਾਂ ਉਹ ਕੁਝ ਵੀ ਕਰਦਾ। ਕਿਸੇ ਵੀ ਗੱਲ ਦੀ ਕੋਈ ਖਬਰ ਨਹੀਂ ਹੁੰਦੀ। ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਸੀ ਕਿ ਬਿਮਾਰੀ ਮੈਨੂੰ ਕਦੋਂ ਤੋਂ ਤੇ ਕਿਵੇਂ ਹੋਈ ਆ। ਮੇਰੇ ਪੇਕਿਆਂ ਵਿੱਚ ਤਾਂ ਮੈਨੂੰ ਕਦੇ ਕਿਸੇ ਨੇ ਦੱਸਿਆ ਹੀ ਨਹੀਂ ਸੀ ਮੈਨੂੰ ਇਸ ਤਰ੍ਹਾਂ ਦੀ ਵੀ ਕੋਈ ਬਿਮਾਰੀ ਆ। ਮੈਂ ਬਹੁਤ ਤੰਗ ਆ ਗਈ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਆਖਿਰ ਇਹ ਸਭ ਮੇਰੇ ਨਾਲ ਕੀ ਹੋ ਰਿਹਾ ਸੀ? ਮੈਨੂੰ ਕੁਝ ਪਤਾ ਕਿਉਂ ਨਹੀਂ ਲੱਗਦਾ ਸੀ। ਮੇਰੇ ਪਤੀ ਨੇ ਇੱਕ ਦਿਨ ਮੈਨੂੰ ਕਿਹਾ, ਤੂੰ 2-3 ਦਿਨਾਂ ਦੇ ਲਈ ਆਪਣੇ ਭਰਾ ਭਰਜਾਈ ਦੇ ਘਰ ਚਲੀ ਜਾ। ਸ਼ਾਇਦ ਤੂੰ ਇੱਥੇ ਰਹੇਂਗੀ ਤਾਂ ਪਾਗਲ ਹੋ ਜਾਏਂਗੀ। 2-3 ਦਿਨਾਂ ਦੇ ਲਈ ਉੱਥੇ ਰਹੇਂਗੀ ਤਾਂ ਸਾਡਾ ਦਿਮਾਗ ਵੀ ਟਿਕਾਣੇ 'ਤੇ ਆ ਜਾਵੇਗਾ। ਅਗਲੇ ਹੀ ਦਿਨ ਮੈਂ ਆਪਣੇ ਭਰਾ ਭਰਜਾਈ ਦੇ ਘਰ ਚਲੀ ਗਈ। ਮੈਂ ਆਪਣੀ ਛੋਟੀ ਭੈਣ ਨੂੰ ਪੁੱਛਿਆ ਕਿ ਮੈਂ ਵਿਆਹ ਤੋਂ ਪਹਿਲਾਂ ਤੇਰੇ ਨਾਲ ਇੱਕ ਹੀ ਬਿਸਤਰੇ 'ਤੇ ਸੌਂਦੀ ਸੀ, ਤੈਨੂੰ ਕਦੇ ਲੱਗਿਆ ਕਿ ਮੈਨੂੰ ਕੋਈ ਬਿਮਾਰੀ ਆ? ਮੇਰੀ ਭੈਣ ਮੇਰੀਆਂ ਗੱਲਾਂ ਸਮਝ ਨਹੀਂ ਪਾ ਰਹੀ ਸੀ ਕਿ ਮੈਂ ਕੀ ਕਹਿਣਾ ਚਾਹ ਰਹੀ ਹਾਂ। ਫਿਰ ਮੈਂ ਉਸ ਨੂੰ ਆਪਣੇ ਸਹੁਰੇ ਘਰ ਹੋਣ ਵਾਲੀਆਂ ਗੱਲਾਂ ਦੇ ਬਾਰੇ ਵਿੱਚ ਦੱਸਿਆ। ਮੇਰੀ ਭੈਣ ਇਹ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਈ। ਕਹਿਣ ਲੱਗੀ, ਦੀਦੀ ਅਜਿਹਾ ਨਹੀਂ ਹੋ ਸਕਦਾ। ਵਿਆਹ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਨਾਲ ਹੀ ਸੌਂਦੇ ਸੀ, ਬਲਕਿ ਤੁਸੀਂ ਇੰਨੀ ਗਹਿਰੀ ਨੀਂਦ ਵਿੱਚ ਸੌਂ ਜਾਂਦੇ ਸੀ ਕਿ ਕਦੇ-ਕਦੇ ਮੈਂ ਵੀ ਡਰ ਜਾਂਦੀ ਸੀ। ਮੈਂ ਤਾਂ ਕਦੇ ਤੁਹਾਡੇ ਅੰਦਰ ਅਜਿਹੀ ਹਰਕਤ ਨਹੀਂ ਦੇਖੀ। ਜ਼ਰੂਰ ਤੁਹਾਡੇ ਪਤੀ ਨੂੰ ਕੋਈ ਗਲਤਫਹਿਮੀ ਹੋ ਰਹੀ ਆ। ਮੈਂ ਕਿਹਾ, ਛੋਟੀ ਗਲਤਫਹਿਮੀ ਕਿਵੇਂ ਹੋ ਸਕਦੀ ਆ? ਮੈਂ ਖੁਦ ਦੇਖਿਆ ਕਿ ਮੈਂ ਆਪਣੇ ਦਿਓਰ ਦੇ ਕਮਰੇ ਵਿੱਚ ਹੁੰਨੀ ਆ। ਇਹ ਕੋਈ ਗਲਤਫਹਿਮੀ ਨਹੀਂ ਹੋ ਸਕਦੀ। ਮੈਂ ਵੀ ਬੜੀ ਪਰੇਸ਼ਾਨ ਸੀ ਕਿ ਆਖਿਰ ਬਿਮਾਰੀ ਮੈਨੂੰ ਕਦੋਂ ਹੋਈ। ਜੇ ਹੋਈ ਵੀ ਤਾਂ ਫਿਰ ਇਸ ਬਾਰੇ ਮੈਨੂੰ ਕਿਉਂ ਨਹੀਂ ਪਤਾ ਚੱਲਦਾ? ਬਸ ਮੈਂ ਇਹੀ ਸੋਚ ਕੇ ਪਰੇਸ਼ਾਨ ਹੋ ਰਹੀ ਸੀ। ਇਹ ਬਿਮਾਰੀ ਜੇ ਮੈਨੂੰ ਹੈਗੀ ਵੀ ਆ ਤਾਂ ਫਿਰ ਮੈਨੂੰ ਮੇਰੇ ਪੇਕੇ ਪਿੰਡ ਜਾਣ ਤੋਂ ਬਾਅਦ ਕਿਉਂ ਨਹੀਂ ਸੀ? ਮੈਂ ਸੋਚਿਆ ਕਿ ਹੁਣ ਮੈਂ ਆਪਣੇ ਭਰਾ ਭਰਜਾਈ ਦੇ ਘਰ ਆ ਗਈ ਹਾਂ, ਦੇਖਦੀ ਹਾਂ ਇੱਥੇ ਵੀ ਮੇਰੇ ਨਾਲ ਅਜਿਹਾ ਹੀ ਹੁੰਦਾ ਜਾਂ ਨਹੀਂ। ਲੇਕਿਨ ਮੈਂ ਜਦੋਂ ਰਾਤ ਨੂੰ ਸੌਂਦੀ ਤਾਂ ਆਪਣੇ ਕਮਰੇ ਵਿੱਚ ਹੀ ਹੁੰਦੀ, ਆਪਣੀ ਭੈਣ ਦੇ ਨਾਲ। ਅਤੇ ਜਦੋਂ ਮੇਰੀ ਸਵੇਰੇ ਅੱਖ ਖੁੱਲ੍ਹਦੀ ਤਾਂ ਮੈਂ ਜਿਸ ਬਿਸਤਰੇ 'ਤੇ ਸੁੱਤੀ ਹੁੰਦੀ ਉਸੇ ਬਿਸਤਰੇ 'ਤੇ ਮੌਜੂਦ ਹੁੰਦੀ। ਮੈਂ ਬੜੀ ਹੈਰਾਨ ਸੀ। ਮੈਂ ਆਪਣੇ 3 ਦਿਨ ਆਪਣੇ ਭਰਾ ਭਰਜਾਈ ਦੇ ਘਰ ਰਹੀ। ਮੈਂ ਅਜਿਹੀ ਕੋਈ ਵੀ ਗਲਤ ਹਰਕਤ ਮੇਰੇ ਭਰਾ ਭਰਜਾਈ ਜਾਂ ਮੇਰੀ ਭੈਣ ਦੇ ਸਾਹਮਣੇ ਨਹੀਂ ਕੀਤੀ। ਇਹਨਾਂ 2 ਦਿਨਾਂ ਵਿੱਚ ਇੱਕ ਵਾਰ ਵੀ ਮੈਂ ਆਪਣੇ ਬਿਸਤਰੇ ਤੋਂ ਦੂਜੇ ਬਿਸਤਰੇ 'ਤੇ ਨਹੀਂ ਗਈ। ਮੈਂ ਜਦੋਂ ਆਪਣੇ ਸਹੁਰੇ ਘਰ ਆ ਗਈ ਤਾਂ ਮੈਂ ਆਉਂਦੇ ਹੀ ਸਭ ਤੋਂ ਪਹਿਲਾਂ ਇਹ ਗੱਲਾਂ ਆਪਣੇ ਪਤੀ ਨੂੰ ਦੱਸੀਆਂ ਕਿ ਜੇ ਤੁਹਾਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਹੁੰਦਾ ਤਾਂ ਮੇਰੀ ਛੋਟੀ ਭੈਣ ਨੂੰ, ਜੋ ਮੇਰੇ ਨਾਲ ਇੱਕ ਹੀ ਬਿਸਤਰੇ 'ਤੇ ਸੌਂ ਰਹੀ ਸੀ, ਉਸ ਤੋਂ ਪੁੱਛ ਸਕਦੇ ਹੋ। ਮੈਂ ਉੱਥੇ ਕਦੇ ਕਿਸੇ ਦੂਜੇ ਕਮਰੇ ਵਿੱਚ ਨਹੀਂ ਗਈ। ਪਰ ਮੇਰੇ ਪਤੀ ਨੂੰ ਮੇਰੇ 'ਤੇ ਯਕੀਨ ਨਹੀਂ ਆਇਆ। ਉਹਨਾਂ ਨੇ ਮੇਰੀ ਗੱਲ ਨੂੰ ਪਲਟ ਦਿੱਤਾ ਤੇ ਕਹਿਣ ਲੱਗੇ, ਤਾਂ ਤੂੰ ਹੀ ਦੱਸ, ਇੱਥੇ ਰਹਿ ਕੇ ਅਜਿਹੀਆਂ ਹਰਕਤਾਂ ਕਿਉਂ ਕਰਦੀ ਆ? ਕਿਉਂ ਜਾਂਦੀ ਆ ਮੇਰੇ ਛੋਟੇ ਭਰਾ ਦੇ ਕਮਰੇ ਵਿੱਚ? ਕੀ ਤੈਨੂੰ ਮੇਰੇ ਭਰਾ ਦੀ ਪਤਨੀ ਦੀ ਜਗ੍ਹਾ ਲੈਣੀ ਚਾਹੀਦੀ ਆ? ਆਪਣੇ ਪਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਆਪਣੇ ਕੰਨਾਂ ਉੱਤੇ ਹੱਥ ਰੱਖ ਲਏ। ਆਖਿਰ ਮੇਰੇ ਪਤੀ ਇਹ ਸਭ ਕੁਝ ਕਿਉਂ ਕਹਿ ਰਹੇ ਸੀ? ਮੈਂ ਆਪਣੇ ਪਤੀ ਨੂੰ ਕਿਹਾ, ਤੁਸੀਂ ਅਜਿਹਾ ਕਿਵੇਂ ਕਹਿ ਸਕਦੇ ਹੋ? ਮੈਂ ਅਜਿਹੀ ਨਹੀਂ ਆ। ਮੈਨੂੰ ਕੁਝ ਨਹੀਂ ਪਤਾ ਕਿ ਮੇਰੇ ਨਾਲ ਇਹ ਸਭ ਕੁਝ ਕਿਵੇਂ ਹੋ ਰਿਹਾ। ਮੇਰੇ ਪਤੀ ਨੇ ਤਾਂ ਹੁਣ ਮੇਰੇ 'ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਮੈਂ ਸੋਚ ਰਹੀ ਸੀ ਕਿ ਮੇਰਾ ਪਤੀ ਅਜਿਹਾ ਕਿਵੇਂ ਕਰ ਸਕਦਾ। ਮੈਂ ਗਲਤ ਹਾਂ। ਮੈਂ ਇਸ ਗੱਲ ਨੂੰ ਨਹੀਂ ਮੰਨ ਸਕਦੀ। ਮੈਂ ਵੀ ਹੁਣ ਆਪਣੇ ਪਤੀ ਨਾਲ ਗੱਲ ਕਰਨਾ ਛੱਡ ਦਿੱਤਾ, ਉਸ ਨੂੰ ਉਸ ਦੇ ਹਾਲ 'ਤੇ ਛੱਡ ਦਿੱਤਾ। ਲੇਕਿਨ ਮੇਰਾ ਦਿਓਰ ਮੇਰਾ ਬਹੁਤ ਖਿਆਲ ਰੱਖਦਾ। ਮੈਨੂੰ ਮੇਰਾ ਦਿਓਰ ਮੇਰੇ ਛੋਟੇ ਭਰਾ ਦੀ ਤਰ੍ਹਾਂ ਲੱਗਦਾ। ਕਦੇ ਮੇਰੇ ਲਈ ਕੋਈ ਖਾਣ ਪੀਣ ਦੀ ਚੀਜ਼ ਲਿਆਉਂਦਾ ਤੇ ਕਦੇ ਮੈਨੂੰ ਹੱਸੀ ਮਜ਼ਾਕ ਕਰਦਾ ਰਹਿੰਦਾ। ਉਹ ਤਾਂ ਵਿਚਾਰਾ ਕਦੇ ਮੇਰੇ ਨਾਲ ਰੋਟੀਆਂ ਵੀ ਬਣਵਾ ਦਿੰਦਾ ਤੇ ਕਦੇ ਕੱਪੜੇ ਧੋ ਦਿੰਦਾ। ਮੇਰੇ ਨਾਲ ਕੱਪੜੇ ਸੁਕਾਉਣ ਚਲਾ ਜਾਂਦਾ। ਮੈਂ ਆਪਣੇ ਦਿਓਰ ਨੂੰ ਇੱਕ ਦਿਨ ਪੁੱਛ ਹੀ ਲਿਆ ਕਿ ਜਦੋਂ ਤੇਰੀ ਪਤਨੀ ਜਿਉਂਦਾ ਸੀ ਤਾਂ ਤੇਰਾ ਬਿਹੇਵੀਅਰ ਮੇਰੇ ਨਾਲ ਅਜਿਹਾ ਕਿਉਂ ਨਹੀਂ ਰਹਿੰਦਾ ਸੀ ਜਿਵੇਂ ਹੁਣ ਆ? ਉਸਨੇ ਕਿਹਾ, ਭਾਬੀ ਤੁਹਾਡੀ ਅਹਿਮੀਅਤ ਮੈਨੂੰ ਮੇਰੀ ਪਤਨੀ ਦੇ ਮਰਨ ਤੋਂ ਬਾਅਦ ਪਤਾ ਲੱਗੀ ਆ। ਤੁਸੀਂ ਕਿੰਨੇ ਚੰਗੇ ਹੋ ਤੇ ਇੰਨੇ ਜ਼ਿਆਦਾ ਖੂਬਸੂਰਤ, ਘੱਟ ਉਮਰ ਦੇ। ਮੇਰਾ ਭਰਾ ਤੁਹਾਡੇ ਨਾਲ ਖੜਾ ਹੋ ਕੇ ਬਿਲਕੁਲ ਵੀ ਚੰਗਾ ਨਹੀਂ ਲੱਗਦਾ, ਜਦ ਕਿ ਤੁਸੀਂ ਤਾਂ ਇੱਕ ਕੋਹਿਨੂਰ ਦਾ ਹੀਰਾ ਹੋ ਜਿਸ ਦੀ ਕਦਰ ਭਰਾ ਨਹੀਂ ਕਰਦਾ। ਸ਼ਾਇਦ ਮੈਂ ਵੀ ਤੁਹਾਡੀ ਕਦਰ ਨਹੀਂ ਕੀਤੀ ਸੀ, ਤਾਂ ਹੀ ਰੱਬ ਨੇ ਮੇਰੇ ਤੋਂ ਮੇਰੀ ਪਤਨੀ ਖੋਹ ਲਈ। ਤੁਸੀਂ ਵੀ ਸਾਡੇ ਘਰ ਦੀ ਹੀ ਮੈਂਬਰ ਹੋ। ਮੈਨੂੰ ਹੁਣ ਪਛਤਾਵਾ ਹੁੰਦਾ ਕਿ ਮੈਨੂੰ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਮੇਰੀ ਪਤਨੀ ਕਦੇ ਮੈਨੂੰ ਤੁਹਾਡੇ ਖਿਲਾਫ ਭੜਕਾਉਂਦੀ ਰਹਿੰਦੀ ਸੀ। ਮੈਂ ਉਸ ਦੇ ਬਹਿਕਾਵੇ ਵਿੱਚ ਆ ਜਾਂਦਾ। ਸ਼ਾਇਦ ਇਸ ਵਜ੍ਹਾ ਨਾਲ ਮੈਂ ਤੁਹਾਡੀ ਕਦਰ ਨਹੀਂ ਕੀਤੀ। ਮੈਂ ਹਮੇਸ਼ਾ ਤੁਹਾਡੇ ਨਾਲ ਗੁੱਸੇ ਵਿੱਚ ਹੀ ਰਹਿੰਦਾ ਸੀ। ਮੇਰੀ ਪਤਨੀ ਦੱਸਦੀ ਸੀ ਕਿ ਤੁਸੀਂ ਘਰ ਦਾ ਕੋਈ ਕੰਮ ਨਹੀਂ ਕਰਦੇ। ਸਾਰਾ ਦਿਨ ਮੇਰੀ ਪਤਨੀ ਹੀ ਕਰਦੀ ਸੀ।
ਲੇਕਿਨ ਮੇਰੀ ਪਤਨੀ ਦੇ ਮਰਨ ਤੋਂ ਬਾਅਦ ਪਤਾ ਚੱਲਿਆ ਕਿ ਤੁਸੀਂ ਤਾਂ ਘਰ ਦਾ ਬਹੁਤ ਜ਼ਿਆਦਾ ਕੰਮ ਕਰਦੇ ਹੋ। ਮੈਨੂੰ ਤੁਹਾਡੇ ਉੱਤੇ ਬਹੁਤ ਤਰਸ ਆਉਂਦਾ। ਮੈਨੂੰ ਤੁਹਾਡੀ ਬਹੁਤ ਫਿਕਰ ਲੱਗੀ ਰਹਿੰਦੀ ਆ। ਮੇਰੀ ਪਤਨੀ ਤਾਂ ਤੁਹਾਡੇ ਮੁਕਾਬਲੇ ਕੁਝ ਵੀ ਨਹੀਂ ਸੀ। ਮੇਰੀ ਪਤਨੀ ਤੁਹਾਡੇ ਜਿੰਨਾ ਟੇਸਟੀ ਖਾਣਾ ਵੀ ਨਹੀਂ ਬਣਾਉਂਦੀ ਸੀ। ਤੁਸੀਂ ਬਹੁਤ ਚੰਗੇ ਹੋ ਭਾਬੀ। ਮੈਂ ਭਰਾ ਨੂੰ ਵੀ ਸਮਝਾਊਂਗਾ ਉਹ ਤੁਹਾਡੀ ਕਦਰ ਕਰੇ। ਮੈਨੂੰ ਪਤਾ ਕਿ ਭਰਾ ਦਾ ਬਿਹੇਵੀਅਰ ਤੁਹਾਡੇ ਨਾਲ ਠੀਕ ਨਹੀਂ ਰਹਿੰਦਾ। ਉਹ ਹਮੇਸ਼ਾ ਤੁਹਾਡੇ ਨਾਲ ਝਗੜਾ ਕਰਦਾ ਰਹਿੰਦਾ। ਮੈਂ ਜ਼ਰੂਰ ਉਹਨਾਂ ਨੂੰ ਸਮਝਾਊਂਗਾ, ਤੁਸੀਂ ਫਿਕਰ ਨਾ ਕਰੋ। ਤੁਹਾਡਾ ਦਿਓਰ ਤੁਹਾਡੇ ਨਾਲ ਆ। ਮੈਂ ਆਪਣੇ ਦਿਓਰ ਦੇ ਮੂੰਹੋਂ ਇੰਨੀ ਜ਼ਿਆਦਾ ਤਾਰੀਫ ਸੁਣ ਕੇ ਮੈਨੂੰ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਮੇਰੇ ਪਤੀ ਨੇ ਤਾਂ ਅੱਜ ਤੱਕ ਖੁੱਲ੍ਹ ਕੇ ਮੇਰੀ ਕੋਈ ਤਾਰੀਫ ਵੀ ਨਹੀਂ ਕੀਤੀ ਸੀ ਤੇ ਅੱਜ ਮੇਰੇ ਦਿਓਰ ਨੇ ਮੇਰੀ ਇੰਨੀ ਜ਼ਿਆਦਾ ਤਾਰੀਫ ਕਰ ਦਿੱਤੀ ਕਿ ਪਹਿਲੀ ਵਾਰ ਮੈਨੂੰ ਅਜਿਹਾ ਲੱਗਿਆ ਕਿ ਮੈਂ ਸੱਚਮੁੱਚ ਚੰਗੀ ਹਾਂ। ਮੇਰੇ ਪਤੀ ਤੋਂ ਜ਼ਿਆਦਾ ਮੇਰੇ ਦਿਓਰ ਨੂੰ ਮੇਰੀ ਫਿਕਰ ਸੀ। ਮੈਂ ਸੋਚ ਰਹੀ ਸੀ ਕਿ ਕਾਸ਼ ਮੇਰਾ ਦਿਓਰ ਹੀ ਮੇਰਾ ਪਤੀ ਹੁੰਦਾ। ਇਹ ਗੱਲ ਤਾਂ ਸੱਚ ਸੀ ਕਿ ਮੇਰਾ ਪਤੀ ਮੇਰੇ ਨਾਲ ਨਹੀਂ ਜੱਚਦਾ ਸੀ ਕਿਉਂਕਿ ਮੈਂ ਖੂਬਸੂਰਤ ਸੀ ਤੇ ਘੱਟ ਉਮਰ ਦੀ। ਮੇਰੇ ਪਤੀ ਦੀ ਉਮਰ ਵਿੱਚ ਮੇਰੇ ਨਾਲੋਂ ਕਾਫੀ ਫਾਸਲਾ ਸੀ। ਪਰ ਕਦੀ ਮੈਂ ਆਪਣੇ ਦਿਓਰ ਨੂੰ ਲੈ ਕੇ ਆਪਣੇ ਮਨ ਵਿੱਚ ਕੋਈ ਗਲਤ ਖਿਆਲ ਪੈਦਾ ਨਹੀਂ ਕੀਤਾ ਸੀ ਕਿਉਂਕਿ ਜੋ ਮੇਰੇ ਪਤੀ ਸੀ ਮੈਂ ਉਹਨਾਂ ਨੂੰ ਹੀ ਮੁਹੱਬਤ ਕਰਦੀ ਸੀ। ਮੇਰੇ ਪਤੀ ਨੇ ਮੇਰੇ ਉੱਤੇ ਝੂਠੇ ਇਲਜ਼ਾਮ ਲਗਾਏ। ਜੇ ਮੈਂ ਗਲਤ ਹੁੰਦੀ ਤਾਂ ਆਪਣੇ ਦਿਓਰ ਦੀ ਇੰਨੀ ਤਾਰੀਫ ਦਾ ਫਾਇਦਾ ਵੀ ਉਠਾ ਸਕਦੀ ਸੀ। ਮੇਰਾ ਦਿਓਰ ਵੀ ਗਲਤ ਨਹੀਂ ਸੀ। ਉਹ ਮੈਨੂੰ ਸਿਰਫ ਆਪਣੀ ਭਾਬੀ ਸਮਝਦਾ ਸੀ। ਇਸ ਵਜ੍ਹਾ ਨਾਲ ਹੀ ਮੇਰਾ ਖਿਆਲ ਰੱਖਦਾ ਸੀ। ਮੈਂ ਆਪਣੇ ਦਿਓਰ ਦੇ ਸਾਹਮਣੇ ਬੈਠ ਕੇ ਰੋ ਰਹੀ ਸੀ। ਮੈਂ ਆਪਣੀ ਛੋਟੀ ਭੈਣ ਦੇ ਇਲਾਵਾ ਭਰਾ ਭਰਜਾਈ ਨੂੰ ਇਹ ਗੱਲ ਨਹੀਂ ਦੱਸੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਕਿੰਨੀਆਂ ਪਰੇਸ਼ਾਨੀਆਂ ਚੱਲ ਰਹੀਆਂ। ਖੈਰ ਮੇਰਾ ਦਿਓਰ ਕਾਫੀ ਦਿਨਾਂ ਤੋਂ ਕੰਮ 'ਤੇ ਨਹੀਂ ਜਾ ਰਿਹਾ ਸੀ ਤੇ ਜਦੋਂ ਜਾਂਦਾ ਸੀ ਤਾਂ 1-2 ਘੰਟੇ ਕੰਮ ਕਰਕੇ ਵਾਪਸ ਘਰ ਆ ਜਾਂਦਾ ਸੀ। ਮੈਂ ਉਸ ਦੇ ਲਈ ਉਸ ਦਾ ਫੇਵਰਟ ਖਾਣਾ ਬਣਾ ਕੇ ਤਿਆਰ ਕਰ ਦਿੰਦੀ ਤੇ ਉਹ ਆਉਂਦੇ ਹੋਏ ਮੇਰੇ ਲਈ ਕੁਝ ਨਾ ਕੁਝ ਲੈ ਕੇ ਜ਼ਰੂਰ ਆਉਂਦਾ। ਉਸ ਦੇ ਬਾਅਦ ਮੈਂ ਚਾਹ ਬਣਾਉਂਦੀ ਤੇ ਅਸੀਂ ਦੋਵੇਂ ਬੈਠ ਕੇ ਚਾਹ ਪੀਂਦੇ ਤੇ ਖੂਬ ਹੱਸੀ ਮਜ਼ਾਕ ਦੀਆਂ ਗੱਲਾਂ ਕਰਦੇ। ਇੱਕ ਦਿਨ ਮੇਰੇ ਪਤੀ ਘਰ ਆਏ ਤੇ ਕਹਿਣ ਲੱਗੇ, ਕੁਝ ਜ਼ਿਆਦਾ ਹੀ ਆਪਣੇ ਦਿਓਰ ਦਾ ਖਿਆਲ ਰੱਖਣ ਲੱਗੀ ਆਂ। ਥੋੜ੍ਹਾ ਬਹੁਤਾ ਖਿਆਲ ਆਪਣੇ ਪਤੀ ਦਾ ਵੀ ਰੱਖ ਲਿਆ ਕਰ। ਮੈਂ ਕਿਹਾ, ਤੁਸੀਂ ਇਹ ਕਿਸ ਤਰ੍ਹਾਂ ਦੀਆਂ ਘਟੀਆ ਗੱਲਾਂ ਕਰ ਰਹੇ ਹੋ? ਮੈਂ ਤਾਂ ਤੁਹਾਡੇ ਭਰਾ ਦਾ ਖਿਆਲ ਰੱਖਦੀ ਹਾਂ। ਇਸ ਗੱਲ ਤੋਂ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ। ਮੇਰੇ ਪਤੀ ਨੇ ਕਿਹਾ, ਠੀਕ ਆ, ਲੇਕਿਨ ਥੋੜ੍ਹਾ ਖਿਆਲ ਮੇਰਾ ਵੀ ਰੱਖ ਲਿਆ ਕਰ। ਤੈਨੂੰ ਮੇਰਾ ਬਿਲਕੁਲ ਖਿਆਲ ਨਹੀਂ। ਹੌਲੀ ਹੌਲੀ ਦਿਨ ਗੁਜ਼ਰ ਰਹੇ ਸੀ। ਮੈਂ ਬਹੁਤ ਪਰੇਸ਼ਾਨ ਸੀ। ਜੋ ਬਿਹੇਵੀਅਰ ਮੇਰੇ ਦਿਓਰ ਦਾ ਸੀ ਉਹ ਮੇਰੇ ਪਤੀ ਦਾ ਹੋਣਾ ਚਾਹੀਦਾ ਸੀ, ਲੇਕਿਨ ਮੇਰੇ ਪਤੀ ਤਾਂ ਮੇਰੇ ਨਾਲ ਬਿਲਕੁਲ ਵੀ ਬੈਠ ਕੇ ਗੱਲ ਨਹੀਂ ਕਰਦੇ ਸੀ। ਇੱਕ ਦਿਨ ਮੈਂ ਸਫਾਈ ਕਰ ਰਹੀ ਸੀ। ਸਫਾਈ ਕਰਦੇ ਕਰਦੇ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੇ ਕੋਲ ਡਾਕਟਰ ਬੈਠਾ ਸੀ ਤੇ ਮੇਰਾ ਚੈੱਕਅਪ ਕਰ ਰਿਹਾ ਸੀ। ਜਿਵੇਂ ਹੀ ਮੈਂ ਹੋਸ਼ ਵਿੱਚ ਆਈ ਤਾਂ ਮੈਂ ਅੱਖਾਂ ਖੋਲ੍ਹ ਕੇ ਦੇਖਿਆ। ਡਾਕਟਰ ਨੇ ਮੈਨੂੰ ਵਧਾਈ ਦਿੰਦੇ ਹੋਏ ਕਹਿਣ ਲੱਗਿਆ, ਕੰਗ੍ਰੈਚੁਲੇਸ਼ਨ, ਤੁਸੀਂ ਮਾਂ ਬਣਨ ਵਾਲੇ ਹੋ। ਮੈਂ ਹੈਰਾਨ ਸੀ ਕਿਉਂਕਿ ਮੇਰੇ ਅਤੇ ਮੇਰੇ ਪਤੀ ਵਿੱਚ ਅਜਿਹਾ ਕੁਝ ਨਹੀਂ ਹੋਇਆ ਸੀ ਜਿਸ ਨਾਲ ਮੈਂ ਮਾਂ ਬਣ ਸਕਦੀ ਸੀ। ਹਾਲੇ ਮੇਰੇ ਪਤੀ ਘਰ ਵਿੱਚ ਸੀ, ਲੇਕਿਨ ਮੇਰਾ ਦਿਓਰ ਇਸ ਗੱਲ ਤੋਂ ਬਹੁਤ ਖੁਸ਼ ਹੋ ਰਿਹਾ ਸੀ ਅਤੇ ਬਹੁਤ ਖੁਸ਼ੀਆਂ ਮਨਾ ਰਿਹਾ ਸੀ। ਬਲਕਿ ਉਹ ਤਾਂ ਮਠਿਆਈਆਂ ਦਾ ਡੱਬਾ ਲੈ ਕੇ ਵੀ ਆ ਗਿਆ ਤੇ ਡਾਕਟਰ ਨੂੰ ਆਪਣੇ ਹੱਥ ਨਾਲ ਖਵਾਉਣ ਲੱਗਿਆ। ਮੈਂ ਵੀ ਸੋਚਣ ਲੱਗੀ ਕਿ ਜਦੋਂ ਮੇਰੇ ਪਤੀ ਘਰ ਆਉਣਗੇ ਤਾਂ ਮੈਂ ਉਹਨਾਂ ਨੂੰ ਇਹ ਖੁਸ਼ਖਬਰੀ ਸੁਣਾ ਦੇਵਾਂਗੀ। ਉਹ ਵੀ ਸੁਣ ਕੇ ਬਹੁਤ ਖੁਸ਼ ਹੋ ਜਾਣਗੇ। ਮੇਰੇ ਦਿਓਰ ਨੇ ਕਿਹਾ ਕਿ ਭਾਬੀ, ਹੁਣ ਸਭ ਠੀਕ ਹੋ ਜਾਵੇਗਾ। ਜੇ ਰੱਬ ਨੇ ਤੈਨੂੰ ਬੇਟਾ ਦਿੱਤਾ ਤਾਂ ਭਰਾ ਇਸ ਗੱਲ ਤੋਂ ਬਹੁਤ ਖੁਸ਼ ਹੋ ਜਾਣਗੇ ਕਿਉਂਕਿ ਭਰਾ ਨੂੰ ਲੜਕੇ ਬਹੁਤ ਪਸੰਦ ਹਨ। ਮੈਂ ਆਪਣੇ ਦਿਓਰ ਦੀ ਇਸ ਗੱਲ 'ਤੇ ਹੱਸੀ ਅਤੇ ਮੁਸਕਰਾ ਦਿੱਤਾ। ਵੈਸੇ ਮੈਂ ਇਸ ਖਬਰ ਸੁਣਨ ਤੋਂ ਬਾਅਦ ਬਹੁਤ ਜ਼ਿਆਦਾ ਖੁਸ਼ ਤਾਂ ਨਹੀਂ ਸੀ। ਆਂਢੀਆਂ ਗੁਆਂਢੀਆਂ ਦੀਆਂ ਔਰਤਾਂ ਵੀ ਮੈਨੂੰ ਮਿਲਣ ਦੇ ਲਈ ਵਧਾਈਆਂ ਦੇਣ ਲਈ ਘਰ ਆਉਣ ਲੱਗੀਆਂ। ਸਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਛਾ ਗਿਆ। ਮੇਰੇ ਦਿਓਰ ਨੇ ਸਾਰੇ ਮੁਹੱਲੇ ਵਿੱਚ ਮਠਿਆਈ ਵੰਡ ਦਿੱਤੀ। ਸ਼ਾਮ ਦੇ ਟਾਈਮ ਜਦੋਂ ਮੇਰੇ ਪਤੀ ਘਰ ਆਏ ਤਾਂ ਉਹਨਾਂ ਨੂੰ ਮੁਹੱਲੇ ਦੇ ਲੋਕਾਂ ਨੇ ਵਧਾਈ ਦਿੱਤੀ। ਜਦੋਂ ਮੇਰੇ ਪਤੀ ਘਰ ਆਏ ਤਾਂ ਕਹਿਣ ਲੱਗੇ, ਆਖਿਰ ਕਿਸ ਗੱਲ ਦੀ ਮਠਿਆਈ ਵੰਡੀ ਜਾ ਰਹੀ ਆ? ਕਿਸ ਗੱਲ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ? ਮੈਂ ਆਪਣੇ ਪਤੀ ਨੂੰ ਦੱਸਿਆ ਕਿ ਤੁਹਾਨੂੰ ਬਹੁਤ ਚੰਗੀ ਖਬਰ ਸੁਣਾਉਣ ਜਾ ਰਹੀ ਹਾਂ। ਮੇਰੇ ਪਤੀ ਕਹਿਣ ਲੱਗੇ, ਅੱਛਾ, ਸਾਡੇ ਘਰ ਵੀ ਕੋਈ ਚੰਗੀ ਖਬਰ ਹੋ ਸਕਦੀ ਆ ਤੇਰੇ ਹੁੰਦੇ ਹੋਏ? ਮੈਨੂੰ ਤਾਂ ਕਦੇ ਚੰਗੀ ਖਬਰ ਦੀ ਕੋਈ ਉਮੀਦ ਹੀ ਨਹੀਂ ਸੀ। ਮੇਰੇ ਦਿਓਰ ਨੇ ਆਪਣੇ ਭਰਾ ਨੂੰ ਗਲੇ ਨਾਲ ਲਗਾਇਆ ਤੇ ਕਹਿਣ ਲੱਗਿਆ, ਵੀਰ ਜੀ, ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ, ਤੁਸੀਂ ਪਾਪਾ ਬਣਨ ਵਾਲੇ ਹੋ। ਹੁਣ ਸਾਡੇ ਘਰ ਵੀ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ। ਮੈਨੂੰ ਲੱਗਿਆ ਇਹ ਗੱਲ ਸੁਣ ਕੇ ਮੇਰਾ ਪਤੀ ਬਹੁਤ ਖੁਸ਼ ਹੋ ਜਾਵੇਗਾ, ਲੇਕਿਨ ਇਹ ਗੱਲ ਸੁਣਦੇ ਹੀ ਮੇਰਾ ਪਤੀ ਚੁੱਪ ਹੋ ਗਿਆ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਆਪਣੇ ਪਤੀ ਦੇ ਪਿੱਛੇ ਪਿੱਛੇ ਕਮਰੇ ਦੇ ਅੰਦਰ ਮੈਂ ਵੀ ਚਲੀ ਗਈ। ਮੈਂ ਕਮਰੇ ਦੇ ਅੰਦਰ ਜਾ ਕੇ ਆਪਣੇ ਪਤੀ ਨੂੰ ਸਵਾਲ ਕੀਤਾ ਕਿ ਤੁਸੀਂ ਖੁਸ਼ ਕਿਉਂ ਨਹੀਂ ਹੋਏ? ਤਾਂ ਉਹ ਕਹਿਣ ਲੱਗੇ, ਚੰਗਾ ਮਜ਼ਾਕ ਕਰ ਰਹੀ ਹਾਂ। ਮੈਂ ਕਿਹਾ, ਤੁਹਾਡੇ ਨਾਲ ਕੋਈ ਮਜ਼ਾਕ ਨਹੀਂ ਹੋ ਰਿਹਾ, ਇਹ ਗੱਲ ਸੱਚ ਆ।
ਮੇਰੇ ਪਤੀ ਨੇ ਕਿਹਾ, ਅਜਿਹਾ ਨਹੀਂ ਹੋ ਸਕਦਾ, ਅਜਿਹੀ ਕੋਈ ਗੱਲ ਨਹੀਂ। ਮੈਂ ਕਿਹਾ, ਤੁਹਾਨੂੰ ਯਕੀਨ ਨਹੀਂ ਹੁੰਦਾ ਤਾਂ ਡਾਕਟਰ ਤੋਂ ਪੁੱਛ ਲਓ। ਡਾਕਟਰ ਖੁਦ ਮੇਰਾ ਚੈੱਕਅਪ ਕਰਕੇ ਇਹ ਖਬਰ ਸੁਣਾ ਕੇ ਗਿਆ। ਤੁਹਾਨੂੰ ਇਸ ਗੱਲ 'ਤੇ ਕੋਈ ਸ਼ੱਕ ਆ? ਮੈਂ ਮਾਂ ਬਣਨ ਵਾਲੀ ਹਾਂ। ਮੇਰੇ ਪਤੀ ਨੂੰ ਇਸ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਮੇਰੇ ਪਤੀ ਦਾ ਮੂਡ ਬਹੁਤ ਜ਼ਿਆਦਾ ਖਰਾਬ ਹੋ ਗਿਆ। ਉਹ ਕਿਵੇਂ ਬੇਪਰਵਾਹ ਹੋ ਸਕਦਾ ਸੀ? ਉਸ ਦਿਨ ਆਪਣੇ ਪਤੀ ਦਾ ਮੂਡ ਦੇਖ ਕੇ ਮੇਰੀ ਖੁਸ਼ੀ ਵੀ ਗਮ ਵਿੱਚ ਬਦਲ ਗਈ। ਮੇਰਾ ਦਿਓਰ ਮੇਰੇ ਲਈ ਬਾਜ਼ਾਰ ਤੋਂ ਬਰਗਰ ਲੈ ਕੇ ਆਇਆ। ਫਿਰ ਮੈਂ ਉਹ ਬਰਗਰ ਨਹੀਂ ਖਾਧਾ ਅਤੇ ਮੈਂ ਗੁੱਸੇ ਵਿੱਚ ਹੀ ਸੌਂ ਗਈ। ਮੇਰਾ ਪਤੀ ਘਰ ਤੋਂ ਬਾਹਰ ਆਪਣੇ ਦੋਸਤਾਂ ਦੇ ਨਾਲ ਚਲਾ ਗਿਆ। ਮੈਂ ਆਪਣੇ ਦਿਓਰ ਦਾ ਦਿੱਤਾ ਹੋਇਆ ਬਰਗਰ ਨਹੀਂ ਖਾਧਾ ਅਤੇ ਉਸ ਨੂੰ ਲਿਜਾ ਕੇ ਫਰਿੱਜ ਵਿੱਚ ਰੱਖ ਦਿੱਤਾ। ਉਸ ਦੇ ਬਾਅਦ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਲੇਕਿਨ ਅੱਜ ਜੋ ਮੇਰੇ ਨਾਲ ਹੋਇਆ, ਮੈਂ ਉਸ ਉੱਤੇ ਬਹੁਤ ਹੈਰਾਨ ਸੀ, ਕਿਉਂਕਿ ਨੀਂਦ ਵਿੱਚ ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਨੂੰ ਕੋਈ ਆਪਣੀ ਗੋਦੀ ਵਿੱਚ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਮੈਂ ਮਹਿਸੂਸ ਕੀਤਾ ਕਿ ਇਹ ਮੇਰਾ ਦਿਓਰ ਹੈ ਅਤੇ ਉਹ ਮੈਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਿਆ। ਥੋੜੀ ਦੇਰ ਬਾਅਦ ਮੇਰਾ ਪਤੀ ਵੀ ਕਮਰੇ ਵਿੱਚ ਆ ਗਿਆ ਤੇ ਉਸਨੇ ਦੇਖਿਆ ਕਿ ਮੈਂ ਸਾਡੇ ਕਮਰੇ ਵਿੱਚ ਮੌਜੂਦ ਨਹੀਂ ਸੀ, ਬਲਕਿ ਆਪਣੇ ਦਿਓਰ ਦੇ ਕਮਰੇ ਵਿੱਚ ਸੀ। ਮੈਂ ਜਾਗ ਰਹੀ ਸੀ, ਲੇਕਿਨ ਸੌਣ ਦੀ ਐਕਟਿੰਗ ਕਰ ਰਹੀ ਸੀ ਤਾਂ ਕਿ ਮੇਰੇ ਦਿਓਰ ਨੂੰ ਸ਼ੱਕ ਨਾ ਹੋਵੇ ਮੈਂ ਜਾਗ ਰਹੀ ਹਾਂ। ਮੇਰਾ ਦਿਓਰ ਸਮਝ ਰਿਹਾ ਸੀ ਕਿ ਮੈਂ ਤਾਂ ਸੌਂ ਰਹੀ ਹਾਂ। ਜਿਵੇਂ ਹੀ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਤਾਂ ਉਸਨੇ ਮੈਨੂੰ ਆਪਣੇ ਬੈੱਡ 'ਤੇ ਪਾ ਦਿੱਤਾ। ਫਿਰ ਉਸ ਦੇ ਬਾਅਦ ਜੋ ਉਸਨੇ ਮੇਰੇ ਨਾਲ ਕਰਨਾ ਸ਼ੁਰੂ ਕੀਤਾ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਖੂਬ ਜ਼ੋਰ ਨਾਲ ਚੀਕਣ ਲੱਗੀ। ਮੇਰੀ ਚੀਕਣ ਦੀ ਆਵਾਜ਼ ਸੁਣ ਕੇ ਮੇਰਾ ਪਤੀ ਦਿਓਰ ਦੇ ਕਮਰੇ ਵਿੱਚੋਂ ਭੱਜਿਆ ਆਇਆ। ਮੇਰਾ ਦਿਓਰ ਵੀ ਮੈਨੂੰ ਚਲਾਉਂਦਾ ਹੋਇਆ ਦੇਖ ਕੇ ਘਬਰਾ ਗਿਆ ਤੇ ਫਿਰ ਜੋ ਸੱਚਾਈ ਸਾਹਮਣੇ ਆਈ ਉਹ ਮੇਰੇ ਲਈ ਬਿਲਕੁਲ ਵੀ ਬਰਦਾਸ਼ਤ ਕਰਨ ਦੇ ਬਾਹਰ ਸੀ। ਮੈਂ ਆਪਣੇ ਪਤੀ ਨੂੰ ਦੱਸਿਆ ਕਿ ਤੁਹਾਡਾ ਭਰਾ ਮੈਨੂੰ ਗੋਦ ਵਿੱਚ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਕੇ ਆਇਆ ਹੈ ਤੇ ਇਹ ਮੇਰੇ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਮੇਰਾ ਪਤੀ ਹੈਰਾਨੀ ਨਾਲ ਆਪਣੇ ਭਰਾ ਦੇ ਵੱਲ ਦੇਖਣ ਲੱਗਿਆ। ਮੈਂ ਕਿਹਾ, ਮੈਂ ਸਮਝ ਗਈ ਹਾਂ ਕਿ ਤੁਸੀਂ ਮੇਰੇ ਲਈ ਚੌਮੀਨਸ, ਬਰਗਰ, ਮੋਮੋਜ਼ ਆਦਿ ਕਿਉਂ ਲੈ ਕੇ ਆਉਂਦੇ ਸੀ। ਉਸ ਦੀ ਲਿਆਂਦੀ ਹੋਈ ਚੀਜ਼ ਵਿੱਚ ਨੀਂਦ ਦੀ ਦਵਾਈ ਮਿਲਾਈ ਹੁੰਦੀ ਸੀ, ਜਿਸ ਨੂੰ ਖਾ ਕੇ ਮੈਂ ਸੌਂ ਜਾਂਦੀ ਸੀ। ਮੇਰੇ ਪਤੀ ਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਸੀ। ਮੈਂ ਆਪਣੇ ਪਤੀ ਨੂੰ ਫਰਿੱਜ ਵਿੱਚ ਉਹ ਬਰਗਰ ਲਿਆ ਕੇ ਦਿਖਾਇਆ ਅਤੇ ਦੱਸਿਆ ਕਿ ਮੈਂ ਅੱਜ ਇਸ ਨਾਲ ਲਿਆਂਦਾ ਹੋਇਆ ਬਰਗਰ ਨਹੀਂ ਖਾਧਾ, ਇਸ ਲਈ ਮੈਂ ਅੱਜ ਹੋਸ਼ ਵਿੱਚ ਸੀ। ਮੇਰੇ ਪਤੀ ਨੇ ਮੇਰੇ ਦਿਓਰ ਦੇ ਮੂੰਹ 'ਤੇ ਜਦੋਂ ਥੱਪੜ ਮਾਰਿਆ ਤਾਂ ਉਸਨੇ ਸਾਰੀ ਸੱਚਾਈ ਉਗਲ ਦਿੱਤੀ। ਉਹ ਡਰ ਗਿਆ। ਉਸਨੇ ਸਾਰੀ ਸੱਚਾਈ ਦੱਸੀ ਕਿ ਮੈਂ ਭਾਬੀ ਨੂੰ ਬਾਜ਼ਾਰ ਤੋਂ ਚੀਜ਼ਾਂ ਲਿਆ ਕੇ ਦਿੰਦਾ ਸੀ, ਜਿਸ ਨੂੰ ਭਾਬੀ ਆਪਣੇ ਕਮਰੇ ਵਿੱਚ ਜਾ ਕੇ ਖਾਂਦੀ ਤੇ ਸੌਂ ਜਾਂਦੀ, ਅਤੇ ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਮਿਲਣ ਦੇ ਲਈ ਘਰ ਤੋਂ ਬਾਹਰ ਨਿਕਲ ਜਾਂਦੇ ਤਾਂ ਮੈਂ ਭਾਬੀ ਨੂੰ ਗੋਦ ਵਿੱਚ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਜਾਂਦਾ। ਮੈਂ ਬਾਜ਼ਾਰ ਤੋਂ ਲਿਆਂਦੀ ਹੋਈ ਚੀਜ਼ ਵਿੱਚ ਘਰ ਆ ਕੇ ਉਸ ਵਿੱਚ ਨੀਂਦ ਦੀ ਗੋਲੀ ਮਿਲਾ ਦਿੰਦਾ, ਜਿਸ ਨਾਲ ਭਾਬੀ ਗਹਿਰੀ ਨੀਂਦ ਵਿੱਚ ਸੌਂ ਜਾਂਦੀ ਤੇ ਮੈਂ ਉਸ ਤੋਂ ਬਾਅਦ ਉਸ ਦੇ ਨਾਲ ਗਲਤ ਕੰਮ ਕਰਿਆ ਕਰਦਾ ਸੀ। ਇਹ ਬੱਚਾ ਵੀ ਮੇਰਾ ਹੈ। ਮੇਰੇ ਦਿਓਰ ਨੇ ਇਹ ਵੀ ਦੱਸਿਆ ਕਿ ਉਹ ਮੇਰੇ ਪਤੀ ਨੂੰ ਵੀ ਮੇਰੇ ਖਿਲਾਫ ਭੜਕਾਉਂਦਾ ਸੀ ਤਾਂ ਕਿ ਮੇਰਾ ਪਤੀ ਮੈਨੂੰ ਹਮੇਸ਼ਾ ਗੁੱਸੇ ਨਾਲ ਹੀ ਦੇਖਦਾ ਰਹੇ ਅਤੇ ਮੇਰੀ ਫਿਕਰ ਤੇ ਕਦਰ ਕਰਨਾ ਬੰਦ ਕਰ ਦੇਵੇ। ਇਹ ਸਭ ਸੁਣ ਕੇ ਮੇਰੇ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਪਤੀ ਵੀ ਹੈਰਾਨ ਰਹਿ ਗਿਆ ਕਿ ਉਸ ਦਾ ਭਰਾ ਉਸ ਦੀ ਪਤਨੀ ਦੇ ਨਾਲ ਇਹ ਸਭ ਕੁਝ ਕੀ ਕਰ ਰਿਹਾ ਸੀ। ਮੇਰੇ ਦਿਓਰ ਨੇ ਦੱਸਿਆ ਕਿ ਇਹ ਸਭ ਇਸ ਲਈ ਕਰ ਰਿਹਾ ਸੀ ਕਿ ਉਸ ਦੀ ਪਤਨੀ ਦੇ ਮਰਨ ਤੋਂ ਬਾਅਦ ਮੈਂ ਉਸ ਨੂੰ ਜ਼ਿਆਦਾ ਖੂਬਸੂਰਤ ਲੱਗਣ ਲੱਗੀ ਸੀ ਤੇ ਉਹ ਮੇਰੇ ਉੱਤੇ ਫਿਦਾ ਹੋਣ ਲੱਗਿਆ, ਤਾਂ ਹੀ ਉਹ ਆਪਣੀ ਹਵਸ ਮਿਟਾਉਣ ਦੇ ਲਈ ਮੇਰੇ ਨਾਲ ਅਜਿਹਾ ਕਰਨ ਲੱਗਿਆ। ਮੇਰੇ ਪਤੀ ਨੇ ਮੇਰੇ ਦਿਓਰ ਦੀ ਖੂਬ ਕੁੱਟਮਾਰ ਕੀਤੀ ਤੇ ਉਸ ਨੂੰ ਘਰ ਤੋਂ ਕੱਢ ਦਿੱਤਾ। ਮੇਰੇ ਪਤੀ ਨੇ ਆਪਣੇ ਭਰਾ ਨੂੰ ਬਹੁਤ ਕੁੱਟਿਆ ਕਿਉਂਕਿ ਉਸ ਦਾ ਭਰਾ ਉਸ ਦਾ ਭਰੋਸਾ ਤੋੜ ਰਿਹਾ ਸੀ ਤੇ ਉਸ ਦੀ ਵਜ੍ਹਾ ਨਾਲ ਆਪਣੀ ਪਤਨੀ ਤੇ ਉਹ ਸ਼ੱਕ ਕਰ ਰਿਹਾ ਸੀ। ਰੱਬ ਦਾ ਲੱਖ ਲੱਖ ਸ਼ੁਕਰ ਆ ਕਿ ਮੇਰੇ ਪਤੀ ਨੇ ਇਸ ਵਾਰ ਮੈਨੂੰ ਸਮਝ ਲਿਆ ਸੀ। ਮੇਰੇ ਪਤੀ ਨੇ ਹੱਥ ਜੋੜ ਕੇ ਮੇਰੇ ਤੋਂ ਮਾਫੀ ਮੰਗੀ। ਮੇਰੇ ਪਤੀ ਮੇਰੇ ਦਿਓਰ ਨੂੰ ਪੁਲਿਸ ਹਵਾਲੇ ਕਰਨਾ ਚਾਹੁੰਦੇ ਸੀ, ਲੇਕਿਨ ਮੈਂ ਅਜਿਹਾ ਨਹੀਂ ਹੋਣ ਦਿੱਤਾ ਕਿਉਂਕਿ ਉਸ ਦੀ ਪੂਰੀ ਜ਼ਿੰਦਗੀ ਦਾ ਸਵਾਲ ਸੀ। ਜੇ ਉਹ ਜੇਲ੍ਹ ਚਲਾ ਜਾਂਦਾ ਤਾਂ ਉਸ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ। ਮੇਰੇ ਪਤੀ ਨੇ ਉਸ ਦੇ ਘਰ ਤੋਂ ਬਾਹਰ ਕੱਢ ਦਿੱਤਾ। ਉਸ ਦੇ ਲਈ ਉਹ ਕਾਫੀ ਸੀ ਕਿਉਂਕਿ ਇਸ ਘਰ ਦੇ ਇਲਾਵਾ ਉਸ ਦੇ ਕੋਲ ਕੋਈ ਸਹਾਰਾ ਨਹੀਂ ਸੀ। ਮੇਰਾ ਦਿਓਰ ਉਸ ਦਿਨ ਦੇ ਬਾਅਦ ਕਦੇ ਵਾਪਸ ਲੌਟ ਕੇ ਨਹੀਂ ਆਇਆ, ਲੇਕਿਨ ਮੇਰੇ ਪਤੀ ਦਾ ਬਿਹੇਵੀਅਰ ਮੇਰੇ ਨਾਲ ਬਹੁਤ ਚੰਗਾ ਹੋ ਗਿਆ। ਮੇਰੇ ਨਾਲ ਬਹੁਤ ਬੁਰਾ ਕੀਤਾ ਸੀ ਮੇਰੇ ਦਿਓਰ ਨੇ। ਰੱਬ ਦੀ ਕਰਨੀ ਚੰਗੀ ਸੀ। ਮੇਰੇ ਦਿਓਰ ਦੇ ਜਾਣ ਤੋਂ ਬਾਅਦ ਇੱਕ ਦਿਨ ਮੈਂ ਪੋਚਾ ਲਗਾ ਰਹੀ ਸੀ ਤਾਂ ਅਚਾਨਕ ਮੇਰਾ ਪੈਰ ਫਿਸਲ ਗਿਆ ਤੇ ਮੇਰਾ ਮਿਸਕੈਰੇਜ ਹੋ ਗਿਆ। ਮੇਰਾ ਪਤੀ ਸੱਚਾਈ ਜਾਣਨ ਦੇ ਬਾਅਦ ਇਸ ਬੱਚੇ ਨੂੰ ਲੈ ਕੇ ਖੁਸ਼ ਵੀ ਨਹੀਂ ਸੀ ਕਿਉਂਕਿ ਇਹ ਬੱਚਾ ਮੇਰੇ ਪਤੀ ਦਾ ਨਹੀਂ ਬਲਕਿ ਉਸ ਦੇ ਭਰਾ ਦਾ ਸੀ। ਜਦੋਂ ਮੇਰੇ ਪਤੀ ਨੂੰ ਮੇਰੇ ਮਿਸਕੈਰੇਜ ਦੀ ਗੱਲ ਦਾ ਪਤਾ ਲੱਗਿਆ ਤਾਂ ਉਹ ਖੁਸ਼ ਹੋ ਗਏ ਤੇ ਸ਼ਾਇਦ ਉਹ ਬੱਚਾ ਦੁਨੀਆ ਵਿੱਚ ਆਉਂਦਾ ਤਾਂ ਮੇਰਾ ਪਤੀ ਉਸ ਨੂੰ ਅਪਣਾ ਨਾ ਪਾਉਂਦਾ। ਰੱਬ ਨੇ ਮੇਰੀ ਜ਼ਿੰਦਗੀ ਆਸਾਨ ਕਰ ਦਿੱਤੀ। ਮੇਰਾ ਪਤੀ ਹੁਣ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਇਸ ਹਾਦਸੇ ਨੂੰ 4 ਸਾਲ ਗੁਜ਼ਰ ਚੁੱਕੇ ਹਨ
ਅਤੇ ਮੈਂ ਆਪਣੇ ਪਤੀ ਦੇ ਨਾਲ ਬਹੁਤ ਖੁਸ਼ ਹਾਂ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਮੈਂ ਫਿਰ ਤੋਂ ਪ੍ਰੈਗਨੈਂਟ ਹਾਂ ਅਤੇ ਇਸ ਵਾਰ ਇਹ ਬੱਚਾ ਮੇਰੇ ਪਤੀ ਦਾ ਹੈ। ਮੇਰਾ ਪਤੀ ਹੁਣ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦੇ ਹਨ ਅਤੇ ਮੇਰੀ ਬਹੁਤ ਫਿਕਰ ਕਰਦੇ ਹਨ। ਦੇਰ ਨਾਲ ਹੀ ਸਹੀ, ਲੇਕਿਨ ਮੇਰੀ ਜ਼ਿੰਦਗੀ ਉਸ ਪ੍ਰਮਾਤਮਾ ਨੇ ਬਹੁਤ ਆਸਾਨ ਖੁਸ਼ਗਵਾਰ ਬਣਾ ਦਿੱਤੀ। ਉਹ ਕਹਿੰਦੇ ਹਨ ਕਿ ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ। ਇਹ ਸਭ ਕੁਝ ਮੇਰੇ ਨਾਲ ਜੋ ਵੀ ਹੋਇਆ ਸੀ ਵਧੀਆ ਹੀ ਹੋਇਆ ਸੀ, ਕਿਉਂਕਿ ਮੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਇੱਕ ਸਾਥ ਮਿਲ ਗਈਆਂ। ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਕਹਾਣੀ ਪਸੰਦ ਆਈ ਹੋਵੇਗੀ। ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।